ਵਾਹਿਗੁਰੂ ਸਾਹਿਬ ਜੀ। ਗੁਰੂ ਨਾਨਕ ਪਦ ਪੰਕਜ ਬੰਦਨ, ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ। ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰੂ ਅਰਜਨ ਬਿਗਨਨ ਕੇ ਨਾਸ਼ਕ, ਬਿਗਨਨ ਕੇ ਨਾਸ਼ਕ। ਹਰਿ ਗੋਬਿੰਦ ਸੁਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰੋ ਤਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦਾ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਓਦਦ, ਬੰਦੋਂ ਕਰ ਅਨੁਰਾਗ। ਮੋਹ ਉਚਰੈ ਸ਼ਾਸਤਰ ਖਟ, ਪਿੰਗ ਗਿਰਨ ਚੜ ਜਾਏ। ਹੰਦ ਲਖੈ ਬਦਰੋ ਸੁਨੈ, ਜੋ ਕਾਲ ਕਿਰਪਾ ਕਰਾਏ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ, ਆਪ ਲਹੋ ਤੁਮ ਕਥਾ ਸੁਧਾਰੀ। ਏਕ ਓੰਕਾਰ ਸਤਿਗੁਰੂ, ਇਹ ਪ੍ਰਸਾਦ ਸੱਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਵਿਨਾਸ਼ਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸੁਖੀਆ ਤੰਤਰ ਮੰਤਰ ਕੇ, ਨਾਸ਼ ਕਰਨ ਕੇ ਹੇਤ। ਥੂਕ ਕੀਏ ਹੱਥ ਹੋਤ ਹੈ, ਜਾਤੇ ਕੀਨਾ ਚੇਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ
जुगो जुग अटल भगत वत्सल कृपा दे खजाने सतगुरु दीन दुनी दे मालक छतर चावर तख्त ते सुभाईमान सतगुरु श्री गुरु ग्रंथ साहिब जी महाराज सतगुरां दी पवित्र हजूरी अंदर जुड़ बैठी गुरु सवारी गुरु खालसा साध संगत जीओ ਵੱਡੇ ਭਾਗ ਹਨ। ਸਤਿਗੁਰਾਂ ਦੀ ਅਪਾਰ ਕਿਰਪਾ ਹੈ। ਨੌਵੇਂ ਪਾਤਸ਼ਾਹ ਧਰਮ ਰੱਖਿਅਕ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਤਿਗੁਰਾਂ ਦੇ ਪਾਵਨ ਚਰਨ ਛੋਹ ਪ੍ਰਾਪਤ ਸਥਾਨ ਵਿਖੇ ਪਿਛਲੇ ਪਹਿਰ ਦੇ ਦੀਵਾਨਾਂ ਅੰਦਰ ਹਾਜ਼ਰੀਆਂ ਭਰ ਕੇ ਸਰੀਰ ਸਵਾਸ ਆਪ ਜੀ ਸਫਲੇ ਬਣਾ ਰਹੇ ਹੋ। ਸਤਿਗੁਰਾਂ ਦੀ ਰਹਿਮਤ ਹੈ। ਸਤ ਸੰਗਤ ਵਿੱਚ ਜੁੜ ਬੈਠਣ ਦਾ ਇਹ ਸਮਾਂ ਬਖਸ਼ਿਸ਼ ਹੋਇਆ। ਜਿਨ ਕੇ ਭਾਗ ਵੱਡੇ ਹੈ ਭਾਈ ਤਿਨ ਸਾਧੂ ਸੰਗ ਮੁਖ ਜੁਰੇ ਧੰਨ ਧੰਨ ਗੁਰਦੇਵ ਜਿਸ ਸੰਗ ਹਰ ਜਪੇ ਪਾਰ ਬ੍ਰਹਮ ਜਬ ਭਏ ਤਾਂ ਅਵਗੁਣ ਸਭ ਛਪੇ। ਪਾਰ ਬ੍ਰਹਮ ਗੁਰਦੇਵ ਨੀਚੋਂ ਉੱਚ ਥੱਪੇ। ਸਤਿਗੁਰਾਂ ਦੀ ਅਪਾਰ ਕਿਰਪਾ ਰਹਿਮਤ ਦਾ ਸਦਕਾ ਕਲਗੀਧਰ ਪਿਤਾ ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਤਿਗੁਰਾਂ ਦੇ ਪਾਵਨ ਜੀਵਨ ਇਤਿਹਾਸ ਨੂੰ ਆਪ ਜੀ ਲੜੀਵਾਰ ਸਰਵਣ ਕਰ ਰਹੇ ਹੋ। ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਸਤਿਗੁਰੂ ਜੀ ਅਨੇਕਾਂ ਸੰਸਾਰੀ ਜੀਵਾਂ ਦਾ ਉਧਾਰ ਕਰਦਿਆਂ ਹੋਇਆਂ ਦੂਰੋਂ ਦੁਰਾਡੇ ਚੱਲ ਕਰਕੇ ਸੰਗਤਾਂ ਮਹਾਰਾਜਿਆਂ ਦੇ ਦਰਸ਼ਨ ਕਰਨ ਵਾਸਤੇ ਆਉਂਦੀਆਂ। ਮੇਵੜੇ ਸਿੰਘ ਨੇ ਜਾ ਕਰਕੇ ਦੱਸਿਆ ਮਹਾਰਾਜ ਸੰਗਤ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਇਹ ਭਾਵਨਾ ਲੈ ਕਰਕੇ ਆਈ। ਅਗਲੀ ਸਵੇਰ ਸਤਿਗੁਰੂ ਜੀ ਦਰਬਾਰ ਵਿੱਚ ਆਏ ਹਨ। ਸਾਰੀਆਂ ਸੰਗਤਾਂ ਨੂੰ ਸੁਨੇਹੇ ਭੇਜ ਦਿੱਤੇ ਗਏ ਔਰ ਸੰਗਤਾਂ ਆ ਕੇ ਦਰਸ਼ਨ ਕਰ ਰਹੀਆਂ ਹਨ। ਗਰਮੀ ਦਾ ਮੌਸਮ ਹੈ, ਭੀੜ ਲੱਗੀ ਹੋਈ ਹੈ ਔਰ ਭੀੜ ਦੇ ਵਿੱਚੋਂ ਦੀ ਲੰਘਦਾ ਹੋਇਆ ਇੱਕ ਫਕੀਰ ਦਰਸ਼ਨ ਕਰਨ ਵਾਸਤੇ ਮਹਾਰਾਜਿਆਂ ਦੇ ਫੁੱਲਾਂ ਦਾ ਬੁੱਕ ਭਰਿਆ ਹੋਇਆ ਚਮੇਲੀ ਦੇ ਗੁਲਾਬ ਦੇ ਬੜੇ ਖੁਸ਼ਬੂਦਾਰ ਫੁੱਲ ਹਨ। ਸਤਿਗੁਰਾਂ ਦੇ ਚਰਨਾਂ ਵਿੱਚ ਆ ਕਰਕੇ ਭੇਟ ਕੀਤੇ। ਮਹਾਰਾਜਿਆਂ ਨੇ ਕਿਹਾ ਫਕੀਰ ਜੀ ਤੁਹਾਡੇ ਤਾਂ ਦਰਸ਼ਨ ਹੀ ਦੁਰਲੱਭ ਹਨ, ਤੁਹਾਨੂੰ ਇੰਨਾ ਕਸ਼ਟ ਕਰਨ ਦੀ ਕੀ ਲੋੜ ਸੀ। ਕਹਿਣ ਲੱਗਿਆ ਮਹਾਰਾਜ ਆਪ ਜੀ ਦੇ ਦਰਸ਼ਨ ਦੁਰਲੱਭ ਹਨ। ਜੀਵਨ ਦੀ ਚਰਿਆ ਵਾਸਤੇ ਆਤਮਿਕ ਗਿਆਨ ਵਾਸਤੇ ਆਪ ਜੀ ਦੇ ਪਾਸੋਂ ਇਹ ਵੱਡਮੁੱਲੀ ਦਾਤ ਪ੍ਰਾਪਤ ਕਰਨ ਲਈ ਮੈਂ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ। ਸਤਿਗੁਰੂ ਜੀ ਕਹਿਣ ਲੱਗੇ ਜਦੋਂ ਦੱਸਿਆ ਫਕੀਰ ਨੇ ਕਿ ਮਹਾਰਾਜ ਜੋ ਖਜ਼ਾਨਾ ਆਪ ਜੀ ਨੇ ਸਤਿਗੁਰੂ ਦੇ ਸੁਪੁਰਦ ਕੀਤਾ ਹੈ, ਜਦੋਂ ਮੈਂ ਇਸ਼ਨਾਨ ਕਰਨ ਵਾਸਤੇ ਦਰਿਆ ਦੇ ਵਿੱਚ ਪ੍ਰਵੇਸ਼ ਕੀਤਾ ਤਾਂ ਇੱਕ ਵਿਅਕਤੀ ਮੈਨੂੰ ਲੈ ਕਰਕੇ ਗਿਆ। ਅੱਗੇ ਜਾ ਕਰਕੇ ਜਦੋਂ ਦੇਖਿਆ ਇਹ ਜਿਹੜਾ ਖਜ਼ਾਨਾ ਹੈ, ਉਹਨਾਂ ਦੀਆਂ 2 ਇਸਤਰੀਆਂ ਜੋ ਸਨ ਉੱਥੇ, ਉਹ ਖਜ਼ਾਨੇ ਦੀ ਸੰਭਾਲ ਕਰਦਿਆਂ ਇਹ ਸਾਰੀ ਵਿਧ ਇਹ ਕਲਾ ਜੋ ਵਰਤੀ। ਸਤਿਗੁਰੂ ਜੀ ਉਹ ਕੀ ਭਾਵ ਸੀ। ਮਹਾਰਾਜਿਆਂ ਨੇ ਕਿਹਾ ਜਿਹੜਾ ਵਿਅਕਤੀ ਤੁਹਾਨੂੰ ਲੈ ਕੇ ਗਿਆ ਸੀ ਉਹ ਸਮੁੰਦਰ ਸੀ ਔਰ 2 ਇਸਤਰੀਆਂ ਸਤਲੁਜ ਔਰ ਗੋਦਾਵਰੀ ਜਿਨ੍ਹਾਂ ਦੇ ਸਪੁਰਦ ਅਸੀਂ ਇਹ ਖਜ਼ਾਨਾ ਕੀਤਾ। ਖਾਲਸਾ ਪੰਥ ਵਧੇ ਫੁੱਲੇਗਾ, ਸਾਡਾ ਖਾਲਸਾ ਪੰਥ ਆ ਕਰਕੇ ਖਜ਼ਾਨਾ ਜਿਹੜਾ ਹੈ ਉਹ ਪ੍ਰਾਪਤ ਕਰੇਗਾ। ਫਕੀਰ ਜੀ ਜੇ ਤੁਸੀਂ ਵੀ ਸਾਡੇ ਪੰਥ ਵਿੱਚ ਸ਼ਾਮਲ ਹੋਣਾ ਹੈ, ਰਾਜ ਭਾਗ ਭੋਗਣਾ ਹੈ, ਵਡਿਆਈ ਪ੍ਰਾਪਤ ਕਰਨੀ ਹੈ
ਤੁਹਾਨੂੰ ਵੀ ਖਾਲਸਾ ਪੰਥ ਵਿੱਚ ਸ਼ਾਮਲ ਹੋਣਾ ਪੈਣਾ ਹੈ, ਦੁਬਾਰਾ ਜਨਮ ਲੈਣਾ ਪੈਣਾ। ਕਹਿਣ ਲੱਗਿਆ ਨਹੀਂ ਮਹਾਰਾਜ, ਮੈਂ ਤਾਂ ਆਪ ਜੀ ਦੀ ਸ਼ਰਨ ਵਿੱਚ ਆਇਆ ਕਿ ਮੇਰਾ ਜਨਮ ਮਰਨ ਜਿਹੜਾ ਹੈ ਉਹ ਕੱਟਿਆ ਜਾਏ। ਹਵਾ ਗਾਉਣ ਦੇ ਚੱਕਰ ਤੋਂ ਸਤਿਗੁਰੂ ਜੀ ਮੁਕਤ ਕਰ ਦਿਓ। ਇਹ ਜਿਹੜਾ ਭਾਵ ਸਾਗਰ ਦਾ ਗੇੜ ਹੈ, ਇਹਦੇ ਤੋਂ ਆਪ ਜੀ ਕਿਰਪਾ ਕਰਕੇ ਮੇਰਾ ਛੁਟਕਾਰਾ ਕਰ ਦਿਓ। ਮਹਾਰਾਜ ਜੀ ਕਹਿੰਦੇ ਭਾਈ ਇਹ ਤਾਂ ਪਰਮੇਸ਼ਰ ਦੀ ਖੇਡ ਹੈ, ਹੋਣਾ ਉਹੀ ਹੈ ਜੋ ਪਰਮੇਸ਼ਰ ਨੂੰ ਪਾਉਂਦਾ ਹੈ। ਜਿਵੇਂ ਜਿਵੇਂ ਉਹਨੇ ਸ੍ਰਿਸ਼ਟੀ ਸਾਜੀ ਹੈ, ਉਵੇਂ ਉਵੇਂ ਪਰਮੇਸ਼ਰ ਆਪਣੇ ਚੋਜ ਆਪਣੇ ਕੌਤਕ ਵਰਤਾ ਰਿਹਾ ਹੈ। ਆਓ ਸਾਧ ਸੰਗਤ, ਜਿਉ ਬੁਲਾਵੈ ਤਿਉ ਬੋਲੇ ਸੁਆਮੀ, ਕੁਦਰਤ ਕਵਨ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਜਿਵੇਂ ਸਤਿਗੁਰੂ ਜੀ ਬਖਸ਼ਿਸ਼ ਕਰਦੇ ਰਸਨਾ ਔਰ ਮੁਖ ਦੀ ਪਵਿੱਤਰਤਾ ਲਈ ਆਖਣਾ ਕਰੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਦੋਹਰਾ ਸੁਪਤੇ ਨਿਸਮੈ ਸਤਿਗੁਰੂ, ਮਨ ਭਾਵਤ ਕਰ ਖਾਨ। ਸਤਿਗੁਰੂ ਜੀ ਰਾਤ ਦੇ ਸਮੇਂ ਵਿਸ਼ਰਾਮ ਕਰਨ ਵਾਸਤੇ ਨਿਜ ਮਹਿਲਾਂ ਦੇ ਵਿੱਚ ਆਏ। ਮਹਾਰਾਜਿਆਂ ਦੇ ਵਾਸਤੇ ਸੁੰਦਰ ਭੋਜਨ ਪਰੋਸਿਆ ਗਿਆ। ਮਨ ਭਾਉਂਦਾ ਭੋਜਨ ਛਕਿਆ ਔਰ ਵਿਸ਼ਰਾਮ ਕੀਤਾ ਹੈ। ਅੰਮ੍ਰਿਤ ਵੇਲਾ ਮਹਿ ਉੱਠੇ, ਕੀਨੋ ਸੌਚ ਇਸ਼ਨਾਨ। ਅੰਮ੍ਰਿਤ ਵੇਲੇ ਸਤਿਗੁਰੂ ਜੀ ਉੱਠੇ ਹਨ, ਸੋਚਾ ਇਸ਼ਨਾਨ ਕੀਤਾ ਹੈ। ਚੌਪਈ ਵਸਤਰ ਸ਼ਸਤਰ ਕੋ ਪਹਿਰਨ ਕਰਕੇ। ਸਤਿਗੁਰਾਂ ਨੇ ਆਪਣੇ ਸੁੰਦਰ ਤਨ ਤੇ ਵਸਤਰ ਤੇ ਸ਼ਸਤਰ ਸਜਾਏ ਹਨ। ਸੁੰਦਰ ਅੰਗ ਵਿਭੂਖਣ ਧਰ ਕੇ। ਸੁੰਦਰ ਅੰਗਾਂ ਤੇ ਮਹਾਰਾਜਿਆਂ ਨੇ ਸੁੰਦਰ ਗਹਿਣੇ ਆਦਿ ਪਹਿਨੇ ਹਨ। ਸਭਾ ਵਿਖੇ ਕਲਗੀ ਧਰ ਆਏ। ਦੀਵਾਨ ਦੇ ਵਿੱਚ ਚੱਲ ਕਰਕੇ ਸਤਿਗੁਰੂ ਜੀ ਆਏ ਹਨ। ਚਾਮੀ ਕਰ ਪ੍ਰਯੰਕ ਜਿਸ ਥਾਏ। ਜਿੱਥੇ ਮਹਾਰਾਜਿਆਂ ਦਾ ਸੁੰਦਰ ਆਸਣ ਡਾਹਿਆ ਹੋਇਆ, ਸੁੰਦਰ ਪਲੰਘੇ ਤੇ ਆ ਕਰਕੇ ਸਤਿਗੁਰੂ ਜੀ ਵਿਰਾਜਮਾਨ ਹੋਏ ਹਨ। ਆਸਤਰਨ ਮਖਮਲ ਕੋ ਕਸਿਓ। ਮਹਾਰਾਜਿਆਂ ਦਾ ਸੁੰਦਰ ਮਖਮਲੀ ਆਸਣ ਹੈ ਔਰ ਸੁੰਦਰ ਆਸਣ ਤੇ ਸਤਿਗੁਰੂ ਜੀ ਆ ਕੇ ਸੁਭਾਇਮਾਨ ਹੁੰਦੇ। ਜਰੀ ਸਹਿਤ ਗੁੰਫਨ ਯੁੱਧ ਲਸਿਓ। ਬੜਾ ਸੁੰਦਰ ਜਰੀਦਾਰ ਗੁੱਛੇ ਜਿਹੜੇ ਹਨ ਇਸ ਪਲੰਘ ਨੂੰ ਲਮਕਦੇ ਹਨ। ਤਿਸ ਪਰ ਥਿਰੇ ਵਿਸਾਲ ਕਿਰਪਾਲਾ। ਕਿਰਪਾ ਦੇ ਘਰ ਸਤਿਗੁਰੂ ਜੀ ਆ ਕੇ ਦੀਵਾਨ ਵਿੱਚ ਬਿਰਾਜਮਾਨ ਹੋਏ ਹਨ। ਆਏ ਖਾਲਸਾ ਗਨ ਤਿਸ ਕਾਲਾ। ਮਹਾਰਾਜਿਆਂ ਦੀਆਂ ਫੌਜਾਂ ਖਾਲਸਾ ਚੱਲ ਕਰਕੇ ਆਇਆ ਮਹਾਰਾਜਿਆਂ ਦੇ ਦੀਦਾਰ ਕਰਨ ਵਾਸਤੇ। ਨਮੋ ਕਰਤ ਅਰ ਬੈਠਤ ਹੇਰੇ। ਨਮਸਕਾਰ ਕੀਤੀ ਹੈ ਸਤਿਗੁਰਾਂ ਨੂੰ। ਮਹਾਰਾਜਿਆਂ ਦੇ ਕੋਲ ਬੈਠੇ ਹਨ ਔਰ ਬਹਿ ਕੇ ਸਤਿਗੁਰਾਂ ਦੇ ਦੀਦਾਰ ਕਰਦੇ ਹਨ। ਲੱਗਿਓ ਦੀਵਾਨ ਆਨ ਤਿਸ ਬੇਰੇ। ਦੀਵਾਨ ਸਜਿਆ ਹੈ, ਰਬਾਬੀ ਸਿੰਘ ਆਏ ਹਨ। ਹੇਮ ਲਸਟਕਾ ਧਾਰਨ ਕਰੇ। ਔਰ ਬੜੇ ਸੁੰਦਰ ਚੋਭਾਂ ਸਿੰਘਾਂ ਨੇ ਫੜੀਆਂ ਹੋਈਆਂ ਮਹਾਰਾਜਿਆਂ ਦੇ ਦਰਬਾਰ ਦੇ ਸਨਮੁਖ ਖੜੇ ਹਨ। ਆਗੇ ਚੋਬਦਾਰ ਤਹਿ ਖਰੇ। ਚੋਬਦਾਰ ਦੋ ਅੱਗੇ ਖੜੇ ਹਨ। ਸ੍ਰੀ ਮੁਖ ਤੇ ਤਬ ਹੁਕਮ ਬਖਾਨਾ। ਪਾਵਨ ਮੁਖ ਤੋਂ ਸਤਿਗੁਰਾਂ ਨੇ ਹੁਕਮ ਕੀਤਾ ਹੈ। ਗੁਣੀ ਕਵੀਸ਼ਰ ਪੰਡਤ ਨਾਨਾ। ਭਾਈ ਜਿਹੜੇ ਗੁਣੀ ਜਨ ਹਨ, ਕਵੀਸ਼ਰ ਪੰਡਤ ਵਿਦਵਾਨ ਜਿਹੜੇ ਹਨ, ਸਭਿਨ ਕੋ ਹਕਾਰ ਲੈ ਅਵ ਆਵਹੁ। ਮਹਾਰਾਜ ਜੀ ਕਹਿੰਦੇ ਸਭਨਾਂ ਨੂੰ ਬੁਲਾਉਣਾ ਕਰੋ। ਜਹ ਜਹ ਡੇਰੇ ਤਹਾਂ ਸਿਧਾਵਹੁ। ਜਿੱਥੇ ਜਿੱਥੇ ਕਵੀਸ਼ਰ ਜਨ, ਕਵੀ ਜਨ, ਵਿਦਵਾਨ ਪੰਡਤ ਬੈਠੇ ਹਨ,
ਜਿੱਥੇ ਜਿੱਥੇ ਉਹਨਾਂ ਦੇ ਡੇਰੇ ਹਨ ਸੁਨੇਹੇ ਭੇਜ ਦੇਣਾ ਕਰੋ। ਸੁਨ ਕੇ ਸਭ ਤਤਕਾਲ ਬੁਲਾਏ। ਸਤਿਗੁਰੂ ਜੀ ਦਾ ਹੁਕਮ ਸੁਣ ਕੇ ਤਤਕਾਲ ਸਭਨਾਂ ਨੂੰ ਬੁਲਾਇਆ ਹੈ। ਤਿਨ ਕੋ ਦਿੱਤੈ ਹੋ ਨਾਮ ਬਤਾਏ। ਔਰ ਕਵੀ ਜੀ ਕਹਿੰਦੇ ਉਹਨਾਂ ਦੇ ਫਿਰ ਮੈਂ ਨਾਮ ਦੱਸਦਾ, ਕਿਉਂਕਿ ਮਹਾਰਾਜ ਜੀ ਕਵੀਆਂ ਨੂੰ ਬੜਾ ਪਿਆਰ ਕਰਦੇ। ਵਿਦਵਾਨ ਗੁਣੀ ਜਨ ਜਿਹੜੇ ਪੰਡਿਤ ਸਨ, ਵਿਦਵਾਨ ਸਨ, ਉਹਨਾਂ ਦਾ ਸਤਿਗੁਰੂ ਜੀ ਬੜਾ ਸਤਿਕਾਰ ਕਰਿਆ ਕਰਦੇ ਹਨ। ਕੇਸ਼ੋ ਦਾਸ ਪੁੱਤਰ ਕੁਵਰੇਸ਼। ਕੇਸ਼ੋ ਦਾਸ ਦਾ ਪੁੱਤਰ ਕੁਵਰੇਸ਼ ਹੈ। ਦ੍ਰੋਣ ਪਰਬ ਜਿਨ ਕੀਨ ਅਸ਼ੇਸ਼। ਔਰ ਜਿਨੇ ਦ੍ਰੋਣ ਪਰਬ ਗ੍ਰੰਥ ਦੀ ਰਚਨਾ ਕੀਤੀ ਹੈ। ਗੁਣੀਆਂ ਸੁਖੀਆ ਬੱਲਭ ਆਇਓ। ਇਹ ਕਵੀ ਹਨ ਗੁਣੀਆਂ ਸੁਖੀਆ ਤੇ ਬੱਲਭ ਮਹਾਰਾਜਿਆਂ ਦੇ ਦਰਬਾਰੀ ਕਵੀ ਹਨ। ਧਿਆਨ ਸਿੰਘ ਗੁਰ ਦਰਸ਼ਨ ਪਾਇਓ। ਭਾਈ ਧਿਆਨ ਸਿੰਘ ਉਹ ਵੀ ਚੱਲ ਕੇ ਆਇਆ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ। ਇਤਿਆਦਿਕ ਪਹੁੰਚੇ ਕੁਛ ਔਰ। ਕੁਝ ਹੋਰ ਕਵੀ ਜਨ ਕਵੀਸ਼ਰ ਪਹੁੰਚੇ ਹਨ। ਬੰਦਤ ਭੇ ਸੋਢੀ ਸਿਰ ਮੋਰ। ਸੋਢੀ ਸਿਰਮੌਰ ਸਤਿਗੁਰਾਂ ਦੇ ਸਨਮੁਖ ਆ ਕੇ ਹੱਥ ਜੋੜਦੇ ਮਹਾਰਾਜਿਆਂ ਦੇ ਦਰਸ਼ਨ ਕਰਦੇ ਹਨ। ਸਾਦਰ ਬੈਠੇ ਸਭਾ ਮਝਾਰੀ। ਬੜੇ ਸਤਿਕਾਰ ਨਾਲ ਸਤਿਗੁਰਾਂ ਦੇ ਦਰਬਾਰ ਵਿੱਚ ਆ ਕਰਕੇ ਬੈਠੇ ਹਨ। ਸਭ ਪ੍ਰਤ ਸ੍ਰੀ ਪ੍ਰਭ ਗਿਰਾ ਉਚਾਰੀ। ਸਭਨਾਂ ਨੂੰ ਮਹਾਰਾਜ ਜੀ ਹੁਕਮ ਕਰਦਿਆਂ ਹੋਇਆ ਪਾਵਨ ਬਚਨ ਸਤਿਗੁਰੂ ਜੀ ਉਚਾਰਦੇ ਹਨ। ਤੁਮ ਸਗਲੇ ਬੁੱਧਵੰਤ ਬਿਸਾਲੇ। ਸਤਿਗੁਰੂ ਜੀ ਕਹਿੰਦੇ ਭਾਈ ਤੁਸੀਂ ਸਾਰੇ ਸਿਆਣੇ ਹੋ, ਬੁੱਧੀਵਾਨ ਹੋ, ਵਿਸ਼ਾਲ ਬੁੱਧੀ ਹੈ ਤੁਹਾਡੇ ਪਾਸ, ਗੁਣੀ ਜਨ ਹੋ। ਕਰਹੁ ਵਿਚਾਰਨ ਵਿਦਿਆ ਜਾਲੇ। ਔਰ ਤੁਸੀਂ ਵਿਦਿਆ ਦੀ ਵਿਚਾਰ ਕਰਦੇ ਹੋ, ਸੱਚ ਦੀ ਵਿਚਾਰ ਕਰਦੇ ਹੋ। ਕਹਤੇ ਸੁਪਨਾ ਪਾਵਹਿ ਪ੍ਰਾਨੀ। ਔਰ ਜਿਹੜਾ ਸੁਪਨਾ ਆਉਂਦਾ ਹੈ ਪ੍ਰਾਣੀ ਨੂੰ, ਕਹਿਣ ਲੱਗੇ ਸੁਪਨਾ ਕਿਵੇਂ ਆਉਂਦਾ ਹੈ? ਮਹਾਰਾਜ ਜੀ ਸਵਾਲ ਕਰਦੇ, ਕਹਿੰਦੇ ਤੁਸੀਂ ਬੁੱਧੀਵਾਨ ਹੋ, ਵਿਦਵਾਨ ਹੋ, ਸਿਆਣੇ ਹੋ, ਸੁਪਨਾ ਕਿਵੇਂ ਆਉਂਦਾ ਹੈ? ਕਿਮ ਨਿਸਪਤ ਮੈਂ ਸ਼ਾਮ ਨਿਸ਼ਾਨੀ। ਔਰ ਰਾਤ ਦੇ ਸਮੇਂ ਕਹਿਣ ਲੱਗੇ ਇਹ ਜਿਹੜਾ ਸੁਪਨਾ ਹੈ ਇਹਦੀ ਕੀ ਨਿਸ਼ਾਨੀ ਹੈ? ਕਿਮ ਗੋਡੇ ਪਰ ਪਾਗਰ ਖੰਤੇ। ਔਰ ਜਿਹੜਾ ਗੋਡੇ ਦੇ ਉੱਪਰ ਪੈਰ ਰੱਖ ਕੇ ਸੌਂਦੇ ਹਨ। ਕਿਮ ਚੀਤੇ ਪਾਛੇ ਥੁਕੇ ਅੰਤੇ। ਔਰ ਕਹਿਣ ਲੱਗੇ ਕਿਵੇਂ ਜਿਹੜੇ ਪਿਛਲੇ ਪਾਸੇ ਨੂੰ ਕਹਿਣ ਲੱਗੇ ਸਿਰ ਰੱਖ ਕਰਕੇ, ਕਹਿਣ ਲੱਗੇ ਸਿਰ ਦੇ ਥੱਲੇ ਬਾਂਹ ਰੱਖ ਕੇ ਜਿਵੇਂ ਸੌਂਦੇ ਹਨ। ਚੂਨ ਪਕਾਵਨ ਜਬ ਹੀ ਲਾਗੇ। ਔਰ ਜਦੋਂ ਮਾਈਆਂ ਆਟਾ ਪਕਾਉਂਦੀਆਂ ਹਨ। ਤੋਰ ਪਿੱਛੇ ਕਿਮ ਜੋਰਤ ਆਗੇ। ਥੋੜਾ ਜਿਹਾ ਤੋੜ ਕੇ ਕਹਿਣ ਲੱਗੇ ਆਟਾ ਜਦੋਂ ਪਹਿਲਾ ਪੇੜਾ ਮਾਈਆਂ ਨੇ ਆਟੇ ਦੇ ਵਿੱਚੋਂ ਕੱਢਣਾ ਹੈ, ਪਹਿਲਾਂ ਥੋੜਾ ਜਿਹਾ ਤੋੜ ਕੇ ਉਹ ਪਿੱਛੇ ਰੱਖ ਦਿੰਦੀ ਆਟੇ ਦੇ ਵਿੱਚ। ਮਹਾਰਾਜ ਜੀ ਕਹਿੰਦੇ ਵੀ ਇਹ ਕਿਵੇਂ ਕਿਉਂ ਰੱਖਦੇ ਹਨ? ਰੁੱਖ ਬਗੈਰ ਕਿਉਂ ਬੋਲਣ ਕਰ ਹੈ। ਔਰ ਕਹਿਣ ਲੱਗੇ ਰੁੱਖਾ ਜਿਹਾ ਜਿਹੜਾ ਬੋਲਦਾ ਹੈ, ਰੁੱਖ ਬਗੈਰ ਕਿਵੇਂ ਬੋਲਦੇ ਹਨ? ਧਨ ਟੰਕਾਰ ਕਰੈ ਕਿਉ ਨਰ ਹੈ। ਔਰ ਜਿਹੜਾ ਧਨੁੱਖ ਹੈ ਉਹਨੂੰ ਟਣਕਾਰ ਕੇ ਕਿਉਂ ਦੇਖਦੇ ਹਨ? ਕਹੋ ਤਮਾਕੂ ਕਿਉ ਨਹਿ ਹੈ। ਜਿਹੜਾ ਤਮਾਕੂ ਹੈ ਤਮਾਕੂ ਨੂੰ ਕਿਉਂ ਹੱਥ ਨਹੀਂ ਲਾਉਣਾ? ਕਥਾ ਦਵਾਦਸ਼ੀ ਕਿਮ ਨਹਿ ਕਹੈ। ਔਰ ਜਿਹੜੀ ਦੁਆਦਸ਼ 12ਵੀਂ ਜਿਹੜੀ ਕਥਾ ਹੈ, ਕਹਿਣ ਲੱਗੇ 12ਵੀਂ ਦੀ ਕਥਾ 10ਵੀਂ 11ਵੀਂ 12ਵੀਂ ਦੀ ਜਿਹੜੀ ਕਥਾ ਹੈ ਉਹ ਕਿਉਂ ਨਹੀਂ ਕਹਿੰਦੇ ਹਨ? ਇਮ ਸ੍ਰੀ ਸਤਿਗੁਰ ਤੇ ਸਭ ਸੁਣੈ। ਇਸ ਤਰ੍ਹਾਂ ਮਹਾਰਾਜਿਆਂ ਨੇ ਕਵੀ ਜਨਾਂ ਦੇ ਅੱਗੇ ਇਹ ਸਵਾਲ ਰੱਖੇ ਹਨ। ਕਵ ਕੁਵਰੇਸ਼ ਪ੍ਰਥਮ ਹੀ ਭਣੈ। ਔਰ ਕਵੀ ਜਿਹੜਾ ਹੈ ਕਵਰੇਸ਼ ਕੇਸ਼ਵ ਦਾਸ ਦਾ ਪੁੱਤਰ, ਉਹ ਮਹਾਰਾਜਿਆਂ ਨੂੰ ਇਉਂ ਬਚਨ ਕਰਦਾ ਸਭ ਤੋਂ ਪਹਿਲਾਂ। ਦੋਹਰਾ ਖਾਏ ਸਕਲ ਰਸ ਅੰਨ ਤੇ ਤਪਟੇ ਨਾਰੀ ਭਾਵ।
ਸਤਿਗੁਰੂ ਜੀ ਰਸਦਾਇਕ ਜਿਹੜਾ ਅੰਨ ਖਾਂਦੇ ਹਨ, ਔਰ ਰਸਦਾਇਕ ਮਨ ਭਾਉਂਦਾ ਅੰਨ ਜੀਵਾਂ ਨੇ ਖਾਧਾ ਹੈ। ਘੂਮ ਨੀਂਦ ਪੀਛੈ ਪਚੇ ਜੀਵ ਕਲਾ ਛੁੱਟ ਦਾਵ। ਔਰ ਘੂਕ ਨੀਂਦ ਦੇ ਵਿੱਚ ਸੌਂ ਜਾਂਦੇ ਹਨ, ਔਰ ਜਿਹੜਾ ਖਾਧਾ ਹੋਇਆ ਅੰਨ ਹੈ ਇਹ ਫੇਰ ਪਚਦਾ ਹੈ। ਪੂਰੇ ਸੁਪਨ ਸਭ ਜੰਤ ਕੋ ਸਾਚ ਝੂਠ ਮਨ ਬੂਝ। ਔਰ ਜਦੋਂ ਘੂਕ ਨੀਂਦ ਦੇ ਵਿੱਚ ਸੁੱਤਾ ਹੁੰਦਾ ਹੈ ਫੇਰ ਜੀਵ ਨੂੰ ਸੁਪਨਾ ਆਉਂਦਾ ਹੈ। ਸੁਪਨਾ ਜਿਹੜਾ ਹੈ ਇਹ ਫੁਰਦਾ ਹੈ। ਸੁਪਨਾ ਜਿਹੜਾ ਹੈ ਉਹ ਝੂਠਾ ਹੈ, ਸੱਚਾ ਨਹੀਂ। ਮਨ ਦੇ ਵਿੱਚ ਜੀਵ ਇਉਂ ਵਿਚਾਰ ਕਰਦੇ ਹਨ, ਮਨ ਵਿੱਚ ਬੁੱਝਦੇ ਹਨ ਕਿ ਸੁਪਨਾ ਜਿਹੜਾ ਹੈ ਇਹ ਸੱਚਾ ਨਹੀਂ ਹੈ, ਇਹ ਝੂਠਾ ਹੈ। ਇਤਨੀ ਜਾਨੀ ਗਿਆਨ ਤੇ ਤਾਂ ਪਰ ਤੁਮਰੀ ਸੂਝ। ਸਤਿਗੁਰੂ ਜੀ ਇੰਨਾ ਕੁ ਗਿਆਨ ਜਿਹੜਾ ਹੈ ਉਹ ਮੈਂ ਜਾਣਿਆ ਹੈ, ਬਾਕੀ ਮਹਾਰਾਜ ਜਿੰਨੀ ਸੋਝੀ ਆਪ ਜੀ ਨੇ ਦਿੱਤੀ ਹੈ। ਵੱਲਭ ਕਾਲਸ਼ ਪਾਪ ਫਲ ਗੋਤਮ ਪਤਨੀ ਪ੍ਰੀਤ। ਬੱਲਭ ਕਹਿਣ ਲੱਗਿਆ ਮਹਾਰਾਜ ਪਾਪ ਦਾ ਜਿਹੜਾ ਫਲ ਹੈ, ਗੌਤਮ ਰਿਖੀ ਦੀ ਜਿਹੜੀ ਪਤਨੀ ਸੀ, ਗੌਤਮ ਰਿਖੀ ਦੇ ਨਾਲ ਉਹਦੀ ਜੋ ਪ੍ਰੀਤ ਸੀ। ਸਸ ਉਠਾਏ ਰਿਖ ਨਾਨਕੋ ਕਾਮੀ ਬਾਸ਼ਵ ਮੀਤ। ਔਰ ਚੰਦਰਮਾ ਨੇ ਕਹਿਣ ਲੱਗੇ ਕੁੱਕੜ ਬਣ ਕੇ ਬਾਗ ਦਿੱਤੀ, ਉਠਾ ਦਿੱਤਾ। ਕਹਿਣ ਲੱਗੇ ਗੌਤਮ ਨੂੰ ਇਸ਼ਨਾਨ ਕਰਨ ਵਾਸਤੇ ਚੱਲਿਆ। ਔਰ ਇੰਦਰ ਜਿਹੜਾ ਸੀ ਉਹ ਕਾਮੀ ਹੋ ਕਰਕੇ ਕਹਿਣ ਲੱਗੇ ਭੇਸ ਬਦਲ ਕੇ ਆਇਆ ਗੌਤਮ ਦਾ, ਕਿਉਂਕਿ ਜਦੋਂ ਮੁਰਗਾ ਬਾਗ ਦਿੰਦਾ ਸੀ ਉਦੋਂ ਇਸ਼ਨਾਨ ਕਰਨ ਵਾਸਤੇ ਜਾਂਦਾ ਸੀ। ਇਸ ਕਰਕੇ ਬੱਲਭ ਕਹਿਣ ਲੱਗਿਆ ਮਹਾਰਾਜ ਗੌਤਮ ਦੀ ਪ੍ਰੀਤ ਸੀ ਆਪਣੀ ਪਤਨੀ ਦੇ ਨਾਲ, ਔਰ ਜਿਹੜਾ ਸਸੀ ਸੀ ਚੰਦਰਮਾ ਉਹਨੇ ਛਲ ਕੀਤਾ, ਕਪਟ ਕੀਤਾ, ਔਰ ਇੰਦਰ ਜਿਹੜਾ ਸੀ ਉਹ ਭੇਸ ਬਦਲ ਕਰਕੇ ਆਇਆ ਹੈ। ਗੁਣੀਆਂ ਜਾਨੂ ਜਾਨਵੀ ਸ਼ੁੱਧ ਠੌਰ ਵਰ ਈਸ਼। ਗੁਣੀਆਂ ਕਹਿਣ ਲੱਗਿਆ ਮਹਾਰਾਜ ਈਸ਼ਵਰ ਜਿਹੜਾ ਹੈ ਉਹ ਜਾਣਦਾ ਹੈ ਕਿ ਵੱਡਾ ਘਨ ਘੋਰ ਜਿਹੜਾ ਪਾਪ ਇਹਨਾਂ ਨੇ ਕੀਤਾ ਹੈ। ਮੀਤ ਭਾਗ ਸ਼ਰਨਾਗਤੀ ਗੋਡ ਲਾਗ ਸੁਖ ਸੀਸ। ਸਤਿਗੁਰੂ ਜੀ ਇਹ ਜਿਹੜੀ ਮਿੱਤਰਤਾ ਸੀ, ਦੋਨਾਂ ਮਿੱਤਰਾਂ ਨੇ ਇਹ ਜਿਹੜਾ ਧੋਖਾ ਕੀਤਾ ਗੌਤਮ ਦੇ ਨਾਲ, ਇਹ ਜਿਹੜਾ ਧੋਖਾ ਸੀ ਸਤਿਗੁਰੂ ਜੀ ਇਹ ਫਰੇਬ ਜਿਹੜਾ ਹੈ ਇਹਨਾਂ ਨੇ ਗੌਤਮ ਰਿਖੀ ਦੇ ਨਾਲ ਕਮਾਇਆ। ਔਰ ਦੇਵਨੇਤ ਐਸੀ ਹੋਈ ਕਿ ਜਾ ਕਰਕੇ ਜਦੋਂ ਇਸ਼ਨਾਨ ਕਰਦਾ ਗੰਗਾ ਵਿਖੇ, ਕਿਉਂਕਿ ਟਾਈਮ ਨਹੀਂ ਸੀ ਇਸ਼ਨਾਨ ਕਰਨ ਦਾ, ਆਵਾਜ਼ ਆਈ ਵੀ ਭਾਈ ਤੇਰੇ ਘਰ ਚੋਰ ਆਏ ਹਨ, ਤੇਰਾ ਘਰ ਲੁੱਟਿਆ ਜਾ ਰਿਹਾ ਹੈ, ਇਸ ਕਰਕੇ ਨਹਾਉਣ ਦਾ ਸਮਾਂ ਨਹੀਂ, ਇਸ਼ਨਾਨ ਦਾ ਸਮਾਂ ਨਹੀਂ ਹੈ, ਜਾ ਕਰਕੇ ਆਪਣਾ ਘਰ ਜਿਹੜਾ ਹੈ ਉਹ ਬਚਾਉਣਾ ਕਰ। ਦੋਹਰਾ ਸੁਖਿਆ ਤੰਤਰ ਮੰਤਰ ਕੇ ਨਾਸ਼ ਕਰਨ ਕੇ ਹੇਤ। ਸੁਖੀਆ ਜੀ ਕਹਿਣ ਲੱਗੇ ਤੰਤਰਾਂ ਮੰਤਰਾਂ ਨੂੰ ਨਾਸ਼ ਕਰਨ ਹਿੱਤ ਜਦੋਂ ਜੰਗਲ ਪਾਣੀ ਜਾਂਦੇ ਪਿਸ਼ਾਬ ਕਰਦੇ ਜੀਵ ਕਹਿਣ ਲੱਗੇ ਉਦੋਂ ਥੁੱਕਣ ਦੀ ਜਿਹੜੀ ਰੀਤ ਹੈ ਕਹਿਣ ਲੱਗੇ ਇਹ ਕਦੋਂ ਤੋਂ ਜਿਹੜੀ ਪ੍ਰਚਲਿਤ ਹੋਈ। ਜਿਹੜੀ ਧਰਤੀ ਹੈ, ਧਰਤੀ ਤੇ ਵਾਸਾ ਕਹਿਣ ਲੱਗੇ ਕਈ ਐਸੇ ਜੀਵਾਂ ਦਾ ਹੁੰਦਾ ਹੈ, ਭੂਤ ਪ੍ਰੇਤ ਕਹਿਣ ਲੱਗੇ ਧਰਤੀ ਤੇ ਵੱਸਦੇ, ਔਰ ਜਦੋਂ ਜੀਵ ਜਾਂਦਾ ਹੈ ਜੰਗਲ ਪਾਣੀ ਤੋਂ ਇਹ ਅਸ਼ੁੱਧ ਹੋ ਜਾਂਦਾ ਹੈ, ਔਰ ਅਸ਼ੁੱਧ ਜੀਵ ਨੂੰ ਕਿਤੇ ਕਹਿਣ ਲੱਗੇ ਐਸੀ ਪਰਾਈ ਸਾਇਆ ਦਾ ਕਹਿਣ ਲੱਗੇ ਸਾਇਆ ਨਾ ਚਿੰਬੜ ਜਾਏ। ਤੰਤਰ ਮੰਤਰ ਜਿਹੜੇ ਹਨ ਕਹਿਣ ਲੱਗੇ ਇਹਦੇ ਤੇ ਕੋਈ ਜ਼ੋਰ ਨਾ ਚੱਲੇ, ਇਸ ਕਰਕੇ ਫਿਰ ਉਹ ਜਿਹੜੀ ਥੁੱਕ ਦੀ ਰੀਤ ਹੈ ਬਾਅਦ ਦੇ ਵਿੱਚ ਥੁੱਕਣਾ ਕਹਿਣ ਲੱਗੇ ਇਹ ਰੀਤ ਪ੍ਰਚਲਿਤ ਹੋਈ ਹੈ। ਥੂਕ ਕੀਏ ਹੱਥ ਹੋਤ ਹੈ ਜਾਂਤੇ ਕੀਨਾ ਚੇਤ। ਔਰ ਫਿਰ ਜਦੋਂ
ਥੁੱਕਦੇ ਹਨ। ਕਹਿਣ ਲੱਗੇ ਫਿਰ ਤੰਤਰਾਂ ਮੰਤਰਾਂ ਦਾ ਜਿਹੜਾ ਹੈ ਉਹ ਅਸਰ ਨਹੀਂ ਹੁੰਦਾ। ਗੁਰਦਾਸ ਦਾਸ ਭਗ ਸਤਿਗੁਰੂ ਅਹੰ ਮਿਟੈ ਤੁਮ ਸ਼ਰਨ। ਗੁਰਦਾਸ ਜੀ ਕਹਿਣ ਲੱਗੇ ਮਹਾਰਾਜ ਜਿਹੜਾ ਹੰਕਾਰ ਹੈ, ਤਨ ਦੀ ਹੰਗਤਾ ਹੈ, ਹਉਮੈ ਹੈ, ਉਹ ਤਾਂ ਸਤਿਗੁਰੂ ਜੀ ਤੁਹਾਡੀ ਸ਼ਰਨ ਵਿੱਚ ਮਿਟਦੀ ਹੈ। ਤਵਨ ਕਿਰਪਾ ਬਿਨ ਅਹਮਤੀ ਬੋਲਤ ਪ੍ਰੀਤੀ ਹਰਨ। ਤੁਹਾਡੀ ਕਿਰਪਾ ਤੋਂ ਬਿਨਾਂ ਜਿਹੜਾ ਹੰਕਾਰੀ ਜੀਵ ਹੈ ਜਦੋਂ ਬੋਲਦਾ ਹੈ ਮਹਾਰਾਜ ਉਹਦੇ ਵਿੱਚ ਮੈਂ ਬੋਲਦੀ, ਆਪਣੀ ਹਉਮੈ ਬੋਲਦੀ। ਤੁਹਾਡੀ ਕਿਰਪਾ ਤੋਂ ਬਿਨਾਂ ਕੁਝ ਵੀ ਨਹੀਂ ਕਿਹਾ ਜਾ ਸਕਦਾ। ਔਰ ਤੁਹਾਡੀ ਸ਼ਰਨ ਦੇ ਵਿੱਚ ਤਨ ਹੰਗਤਾ ਜਿਹੜੀ ਹੈ, ਹਉਮੈ ਦਾ ਨਾਸ਼ ਹੁੰਦਾ ਹੈ। ਸੈਨਾਪਤੀ ਕਹਿਤਾ ਇਹੀ ਪ੍ਰਥਮ ਬਰਕਤੀ ਜਾਨ। ਕਵੀ ਸੈਨਾਪਤ ਜੀ ਕਹਿਣ ਲੱਗਿਆ ਮਹਾਰਾਜ ਕੀ ਕਿਹਾ ਜਾਏ ਕਿ ਤੁਹਾਡੀ ਜਿਹੜੀ ਬਰਕਤ ਹੈ, ਤੁਹਾਡੀ ਕਿਰਪਾ ਦੇ ਦੁਆਰਾ ਜੇ ਤੁਸੀਂ ਕਿਰਪਾ ਕਰੋ ਤਾਂ ਹੀ ਜੀਵ ਨੂੰ ਸੋਝੀ ਆਉਂਦੀ ਹੈ। ਗਣਪਤ ਆਦ ਮਨਾਈਏ ਆਦ ਤਵਨ ਕੀ ਕਾਨ। ਸੈਨਾਪਤ ਜੀ ਕਹਿੰਦੇ ਵੀ ਜਿਹੜਾ ਬੀਬੀਆਂ ਥੋੜਾ ਜਿਹਾ ਆਟਾ ਕੱਢਦੀਆਂ ਹਨ, ਪਹਿਲਾਂ ਕੋਈ ਵੀ ਗ੍ਰੰਥ ਲਿਖਿਆ ਜਾਂਦਾ ਤਾਂ ਗਣਪਤੀ ਦੀ ਪੂਜਾ ਕੀਤੀ ਜਾਂਦੀ। ਸ਼੍ਰੀ ਗਣੇਸ਼ ਜੀ ਦਾ ਮੰਗਲ ਜਿਹੜਾ ਹੈ ਪੁਰਾਤਨ ਗ੍ਰੰਥਾਂ ਦੇ ਵਿੱਚ ਉਹਨਾਂ ਨੇ ਪਹਿਲਾਂ ਗਣੇਸ਼ ਜੀ ਨੂੰ ਧਿਆਉਣਾ, ਜਾਂ ਸਰਸਵਤੀ ਦਾ ਮੰਗਲ ਕਰਨਾ, ਜਾਂ ਗਣੇਸ਼ ਜੀ ਦਾ ਮੰਗਲ ਕਰਨਾ। ਕਹਿਣ ਲੱਗੇ ਜਦੋਂ ਮਾਈਆਂ ਆਟਾ ਕੱਢਦੀਆਂ ਤਾਂ ਪਰਮੇਸ਼ਰ ਦੀ ਬਰਕਤ ਵਾਸਤੇ, ਪਰਮੇਸ਼ਰ ਦੀ ਕਿਰਪਾ ਵਾਸਤੇ ਇਹ ਜਿਹੜਾ ਥੋੜਾ ਜਿਹਾ ਆਟਾ ਕੱਢ ਕਰਕੇ ਬਰਕਤ ਦਾ ਰੱਖ ਦਿੱਤਾ ਜਾਂਦਾ ਹੈ। ਸੁਖਾ ਸਿੰਘ ਟੰਕਾਰ ਕੀ ਸ਼ਤਰਨ ਦਇਓ ਵੰਗਾਰ। ਕਵੀ ਸੁਖਾ ਸਿੰਘ ਜੀ ਕਹਿੰਦੇ ਵੀ ਜਦੋਂ ਧਨੁੱਖ ਨੂੰ ਸੂਰਮਾ ਟੰਕਾਰਦਾ ਕਿਉਂ ਹੈ, ਜਦੋਂ ਜੰਗ ਦੇ ਮੈਦਾਨ ਵਿੱਚ ਸੂਰਮਾ ਉਤਰਦਾ ਹੈ ਉਦੋਂ ਆਪਣੇ ਧਨੁੱਖ ਦੀ ਤੰਦੀ ਜਿਹੜੀ ਹੈ ਉਹਨੂੰ ਟੰਕਾਰਦਾ ਹੈ। ਉਹਦੀ ਜਿਹੜੀ ਗੂੰਜ ਹੈ, ਫਿਰ ਜਿਹੜਾ ਅੱਗੇ ਸਾਹਮਣੇ ਸਨਮੁਖ ਦੁਸ਼ਮਣ ਖੜਾ ਹੈ ਉਹਦੀ ਟੰਕਾਰ ਉਹਨੂੰ ਸੁਣਾਈ ਦਿੰਦੀ ਹੈ। ਬਲ ਵਿਦਿਆ ਜਾ ਸਕੈ ਆਵੈ ਮਮ ਟਿਕਸਾਰ। ਕਿਉਂਕਿ ਇਹ ਵੀ ਸ਼ਾਸਤਰ ਵਿਦਿਆ ਹੈ। ਧਨੁੱਖ ਦੀ ਟੰਕਾਰ ਇੱਕ ਵੰਗਾਰ ਹੈ ਦੁਸ਼ਮਣ ਨੂੰ, ਔਰ ਵੰਗਾਰੇਗਾ ਵੀ ਉਹੀ ਜਿਹੜਾ ਸੂਰਮਾ ਹੈ ਜੰਗ ਦੇ ਮੈਦਾਨ ਵਿੱਚ। ਇਸ ਕਰਕੇ ਸਭ ਤੋਂ ਪਹਿਲਾਂ ਜੰਗ ਦੇ ਮੈਦਾਨ ਅੰਦਰ ਸੂਰਮਾ ਧਨੁੱਖ ਦੀ ਜਿਹੜੀ ਤੰਦੀ ਹੈ ਉਹ ਖਿੱਚਦਾ ਹੈ, ਮਾਨੋ ਦੁਸ਼ਮਣ ਨੂੰ ਵੰਗਾਰਦਾ ਹੈ। ਕਲੁਆ ਤੁਰਕਨ ਰਾਜ ਜਬ ਰਹਿਓ ਭੂਮ ਪਰ ਛਾਏ। ਕਲੂਆ ਜੀ ਕਹਿੰਦੇ ਮਹਾਰਾਜ ਜਦੋਂ ਤੁਰਕਾਂ ਦਾ ਰਾਜ ਧਰਤੀ ਤੇ ਛਾਇਆ ਹੈ, ਜਦੋਂ ਇਹ ਰਾਜ, ਇਹ ਦੇਸ਼ ਤੁਰਕਾਂ ਦਾ ਗੁਲਾਮ ਹੋਇਆ ਹੈ। ਝੂਠ ਪਾਪ ਜਪ ਮੰਤਰ, ਝੂਠ ਪਾਨ ਜਪ ਮੰਤਰ ਫਲ ਹਿੰਦੂ ਕੇ ਛਪ ਜਾਏ। ਔਰ ਜਿਹੜਾ ਤੰਬਾਕੂ ਹੈ ਇਹਨੂੰ ਜਗਤ ਝੂਠ ਵੀ ਕਿਹਾ ਜਾਂਦਾ ਹੈ। ਤੰਬਾਕੂ ਜਿਹੜਾ ਹੈ ਕਿਉਂ ਵਰਤਿਆ ਜਾਣ ਲੱਗਾ, ਕਹਿਣ ਲੱਗੇ ਹਿੰਦੂ ਜਿਹੜੇ ਸੀ ਪੰਡਤ ਮੰਤਰਾਂ ਦਾ ਜਪ ਕਰਦੇ, ਔਰ ਮੰਤਰਾਂ ਦੇ ਜਪ ਨੂੰ ਨਸ਼ਟ ਕਰਨ ਵਾਸਤੇ, ਕਿਉਂਕਿ ਮੰਤਰਾਂ ਦਾ ਜਿਹੜਾ ਪ੍ਰਤਾਪ ਨਾ ਚੱਲ ਸਕੇ, ਇਸ ਕਰਕੇ ਇਹਨਾਂ ਨੂੰ ਨਸ਼ਟ ਕਰਨ ਵਾਸਤੇ ਫਿਰ ਤੁਰਕਾਂ ਨੇ ਤੰਬਾਕੂ ਲੈ ਕਰਕੇ ਆਂਦਾ, ਜਗਤ ਝੂਠ ਲੈ ਕਰਕੇ ਆਂਦੀ ਹੈ। ਸਕਲ ਪਾਪ ਜੇ ਭੂਮ ਕੇ ਹਰ ਪੈ ਗਏ ਫਿਰਿਆਦ। ਔਰ ਸਾਰੇ ਪਾਪ ਜਿਹੜੇ ਸੀ ਉਹ ਫਰਿਆਦ ਲੈ ਕਰਕੇ ਗਏ ਪਰਮੇਸ਼ਰ ਦੇ ਪਾਸ। ਜਿਹੜੀ ਦਵਾਦਸ਼ੀ ਦੀ ਕਥਾ ਜਿਹੜੀ ਹੈ, ਇੱਕ ਇਹ ਵੀ ਸਵਾਲ ਸੀ ਵੀ 12ਵੀਂ ਦੀ ਕਥਾ ਨਹੀਂ ਸੁਣੀ ਜਾਂਦੀ, ਦਵਾਦਸ਼ੀ ਦੀ ਕਥਾ ਜਿਹੜੀ ਹੈ ਉਹ ਕਿਉਂ ਨਹੀਂ ਸੁਣੀ ਜਾਂਦੀ? ਫਿਰ ਕਹਿੰਦੇ ਜਿਹੜੇ ਸਾਰੇ ਪਾਪ ਸਨ
ਪਾਪ ਗਏ ਪਰਮੇਸ਼ਰ ਦੇ ਪਾਸ ਫਰਿਆਦ ਲੈ ਕਰਕੇ। ਕਲ ਮਹਿ ਤੁਮਰੀ ਮਹਿ ਹਨਨ ਹਰ ਕੈ ਛਤਰ ਕਥ ਬਾਦ। ਕਹਿਣ ਲੱਗੇ ਵੀ ਸਾਨੂੰ ਇੱਕ ਦਿਨ ਜਿਹੜਾ ਹੈ ਉਹ ਦੇ ਦਿਓ ਕਲੀ ਕਾਲ ਦੇ ਸਮੇਂ ਅੰਦਰ, ਕਿ ਉਸ ਦਿਨ ਜਿਹੜਾ ਮੰਤਰਾਂ ਦਾ ਜਪ ਹੈ, ਪ੍ਰਤਾਪ ਹੈ, ਤੁਹਾਡੀ ਜਿਹੜੀ ਕਥਾ ਹੈ ਪਰਮੇਸ਼ਰ ਦੀ, ਉਸ ਦਿਨ ਉਹਦਾ ਕੋਈ ਅਸਰ ਨਾ ਹੋ ਸਕੇ। ਨਾਨਕ ਜਾ ਤੁਮ ਦਇਆਲ ਹੋਏ ਸਕਲ ਦੋਖ ਮਿਟ ਜਾਏ। ਫਿਰ ਕਹਿਣ ਲੱਗੇ ਪਰਮੇਸ਼ਰ ਨੇ ਇਹਨਾਂ ਪਾਪਾਂ ਦੀ ਫਰਿਆਦ ਸੁਣੀ ਵੀ ਜਦੋਂ 12ਵੀਂ ਵਾਲੇ ਦਿਨ ਕੋਈ ਕਥਾ ਕਰੇਗਾ ਜਾਂ ਸੁਣੇਗਾ, ਕਹਿਣ ਲੱਗੇ ਉਹਦਾ ਕੋਈ ਅਸਰ ਨਹੀਂ ਹੋਏਗਾ ਪਾਪਾਂ 'ਤੇ। ਇਸ ਕਰਕੇ ਦੁਆਦਸ਼ੀ ਦੀ ਜਿਹੜੀ ਕਥਾ ਹੈ ਉਹ ਸੁਣੀ ਨਹੀਂ ਜਾਂਦੀ। ਮਿਥਿਹਾਸ ਹੈ ਉਹਨਾਂ ਦੇ ਧਾਰਮਿਕ ਗ੍ਰੰਥਾਂ ਦੇ ਵਿੱਚ ਇਸ ਤਰ੍ਹਾਂ ਲਿਖਿਆ। ਪਰ ਕਵੀ ਜੀ ਕਹਿੰਦੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ, ਸਤਿਗੁਰੂ ਜੀ ਜਿਨ੍ਹਾਂ ਤੇ ਤੁਸੀਂ ਦਿਆਲ ਹੁੰਦੇ ਹੋ, ਉਹਨਾਂ ਦੇ ਸਾਰੇ ਦੋਖ ਜਿਹੜੇ ਹਨ, ਉਹਨਾਂ ਦੇ ਪਾਪ ਮਿਟ ਜਾਂਦੇ ਹਨ। ਉੱਪਰਲੀ ਵਿਚਾਰਤਾ ਜਿਹੜੀ ਹੈ ਉਹ ਸਨਾਤਨ ਧਰਮਾਂ ਦੇ ਗ੍ਰੰਥਾਂ ਦੀ ਹੈ, ਕਵੀ ਜੀ ਜਿਹੜੀ ਬਿਆਨ ਕਰਦੇ। ਪਰ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਤੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਿਆਲੂ ਹੋ ਗਏ, ਉਹਨਾਂ ਦੇ ਸਾਰੇ ਦੋਖ ਜਿਹੜੇ ਹਨ ਉਹ ਮਿਟ ਜਾਂਦੇ ਹਨ। ਸ਼ੰਕਰ ਬਿਦਰ ਤਾਰਿਤ ਪਿੱਪਰ ਅਜ ਮਿਲ ਕੁਬਜ ਪਿਲਾਏ। ਕਹਿਣ ਲੱਗੇ ਜਿਵੇਂ ਬਿਦਰ ਤੇ ਕ੍ਰਿਸ਼ਨ ਜੀ ਨੇ ਕਿਰਪਾ ਕੀਤੀ, ਉਹਦਾ ਜਿਹੜਾ ਦਰਿਦਰ ਸੀ ਉਹ ਦੂਰ ਕੀਤਾ। ਬਿਦਰ ਜਿਹੜਾ ਸੀ, ਕਹਿਣ ਲੱਗੇ ਬਿਦਰ ਗਰੀਬ ਸੀ, ਔਰ ਉਹਦੀ ਭਾਵਨਾ ਦੇਖ ਕਰਕੇ ਕ੍ਰਿਸ਼ਨ ਜੀ ਨੇ, ਦੁਰਯੋਧਨ ਨੇ ਨਿਉਤਾ ਦਿੱਤਾ ਵੀ ਸਾਡੇ ਘਰੇ ਪ੍ਰਸ਼ਾਦਾ ਛਕੋ। ਪਰ ਕਿੱਥੇ ਪ੍ਰੇਮ ਸੀ ਬਿਦਰ ਦਾ। ਔਰ ਕ੍ਰਿਸ਼ਨ ਜੀ ਫਿਰ ਬਿਦਰ ਦੇ ਘਰੇ ਜਾ ਕਰਕੇ ਪ੍ਰਸ਼ਾਦਾ ਛਕਦੇ। ਭਗਤ ਕਬੀਰ ਸਾਹਿਬ ਜੀ ਪਾਵਨ ਬਾਣੀ ਦੇ ਅੰਦਰ ਜ਼ਿਕਰ ਕਰਦੇ, ਰਾਜਨ ਕੌਣ ਤੁਮਾਰੇ ਆਵੈ ਐਸੋ ਭਾਉ ਬਿਦਰ ਕੋ ਦੇਖਿਓ ਉਹ ਗਰੀਬ ਮੋਹਿ ਭਾਵੈ। ਕਿਉਂਕਿ ਉਹਦੀ ਭਾਵਨਾ ਦੇਖੀ, ਗਰੀਬ ਹੈ ਪਰ ਹਿਰਦੇ ਅੰਦਰ ਪ੍ਰੇਮ ਹੈ। ਉਹਦਾ ਜਿਹੜਾ ਸਾਗ ਸੀ ਬਣਾਇਆ ਹੋਇਆ, ਕਹਿਣ ਲੱਗੇ ਦੁਰਯੋਧਨ ਤੇਰੇ 36 ਪਦਾਰਥਾਂ ਦੇ ਨਾਲੋਂ ਤੁਮਰੋ ਦੂਧ ਬਿਦਰ ਕੋ ਪਾਨੋ, ਤੁਹਾਡਾ ਦੁੱਧ ਔਰ ਬਿਦਰ ਦਾ ਪਾਣੀ, ਕਿਉਂਕਿ ਉੱਥੇ ਪ੍ਰੇਮ ਸੀ। ਉਹਦਾ ਪਾਣੀ ਵੀ ਦੁੱਧ ਵਰਗਾ ਲੱਗਿਆ, ਉਹਦਾ ਸਾਗ ਵੀ ਜਿਹੜਾ ਸੀ ਉਹ ਖੀਰ ਵਰਗਾ ਲੱਗਿਆ। ਬਿਦਰ ਨੂੰ ਨਿਵਾਜਿਆ ਪਰਮੇਸ਼ਰ ਨੇ। ਔਰ ਦੂਸਰਾ ਸੀ ਗਰੀਬ ਸੁਦਾਮਾ। ਬਿਪਰ ਸੀ, ਗਰੀਬ ਸੀ, ਕਿਉਂਕਿ ਮਿੱਤਰ ਸੀ, ਬਾਲ ਸਖਾਈ ਮਿੱਤਰ ਸੀ ਬਚਪਨ ਦਾ। ਸੁਦਾਮੇ ਤੇ ਕ੍ਰਿਸ਼ਨ ਜੀ ਨੇ ਕਿਰਪਾ ਕੀਤੀ। ਔਰ ਅਜਾਮਲ ਨੇ, ਕਹਿਣ ਲੱਗੇ ਪਰਮੇਸ਼ਰ ਦਾ ਨਾਮ ਜਪਿਆ। ਅਜਾਮਲ ਨੇ ਆਪਣੇ ਪੁੱਤਰ ਦਾ ਨਾਮ ਨਾਰਾਇਣ ਰੱਖਿਆ। ਨਾਰਾਇਣ ਨਾਰਾਇਣ ਕਹਿੰਦਾ ਭਵ ਸਾਗਰ ਤੋਂ ਪਾਰ ਹੋ ਗਿਆ। ਕੁਬਿਜਾ ਸੀ, ਕਹਿਣ ਲੱਗੇ ਕ੍ਰਿਸ਼ਨ ਜੀ ਨੂੰ ਜਦੋਂ ਫੁੱਲਾਂ ਦਾ ਹਾਰ ਪਾਉਣ ਵਾਸਤੇ ਆਈ, ਜਦੋਂ ਮਥੁਰਾ ਵਿਖੇ ਗਏ ਕ੍ਰਿਸ਼ਨ ਜੀ, ਕੁੱਬ ਸੀ ਇਸ ਮਾਈ ਦੇ, ਕ੍ਰਿਸ਼ਨ ਜੀ ਦੇ ਹਾਰ ਪਾਉਣਾ ਚਾਹੁੰਦੀ ਹੈ, ਮਸਤਕ ਤੇ ਤਿਲਕ ਲਾਉਣਾ ਚਾਹੁੰਦੀ ਹੈ। ਕ੍ਰਿਸ਼ਨ ਜੀ ਨੇ ਠੋਡੀ ਤੋਂ ਫੜ ਕੇ ਆਪਣਾ ਪੈਰ ਜਿਹੜਾ ਸੀ ਮਾਈ ਦੇ ਪੈਰ ਤੇ ਰੱਖਿਆ, ਠੋਡੀ ਤੋਂ ਫੜ ਕੇ ਉਹ ਤਾਂ ਨੂੰ ਚੁੱਕ ਦਿੱਤਾ, ਉਹਦਾ ਕੁੱਬ ਕੱਢ ਦਿੱਤਾ। ਔਰ ਕ੍ਰਿਸ਼ਨ ਜੀ ਦੇ ਗਲ ਵਿੱਚ ਹਾਰ ਪਾਇਆ, ਮਸਤਕ ਤੇ ਤਿਲਕ ਲਾਇਆ। ਔਰ ਜਿਹੜੀ ਭੀਲਣੀ ਸੀ, ਜਦੋਂ ਸ਼੍ਰੀ ਰਾਮ ਚੰਦਰ ਜੀ ਬਨਵਾਸ ਗਏ 14 ਸਾਲ ਦਾ ਜੰਗਲ ਦੇ ਵਿੱਚ, ਸੁੱਕੇ ਹੋਏ ਬੇਰ ਜਿਹੜੇ ਸੀ ਭੀਲਣੀ ਨੇ ਉਹਨਾਂ ਦੇ ਅੱਗੇ ਭੇਟ ਕੀਤੇ। ਔਰ ਭਗਵਾਨ ਰਾਮ ਜੀ ਨੇ ਇਸ ਬਿਰਧ ਮਾਈ ਦੇ, ਕਿਉਂਕਿ ਪ੍ਰੇਮ ਸੀ, ਭਾਵਨਾ ਸੀ ਇਹਨਾਂ ਬੇਰਾਂ ਦੇ ਵਿੱਚ, ਉਹਨਾਂ ਦੇ ਹੱਥੋਂ ਇਹ ਬੇਰ ਛਕੇ ਔਰ ਉਹਦਾ ਦੁੱਖ ਦੂਰ ਕੀਤਾ। ਕਹਿਣ ਲੱਗੇ ਸਤਿਗੁਰੂ ਜੀ ਆਪ ਜੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸਵਰੂਪ ਹੋ, ਜਿਹੜਾ ਤੁਹਾਡੀ ਸ਼ਰਨ ਵਿੱਚ ਆਇਆ ਹੈ, ਤਿਨਾਂ ਦੇ ਦੁੱਖ ਦਰਿਦਰ ਗਰੀਬੀ ਰੋਗ ਜਿਹੜੇ ਹਨ ਉਹ ਆਪ ਜੀ ਨੇ ਦੂਰ ਕਰ ਦਿੱਤੇ ਹਨ। ਚੁੱਪ ਹੋਏ ਸਭ ਗੁਰ ਕਹੈ ਲੜਕੇ ਗੁਰ ਬਖਸ਼ ਸਿੰਘ। ਸਾਰੇ ਕਵੀ ਜਨ ਜਦੋਂ ਚੁੱਪ ਹੋ ਗਏ
ਭਾਈ ਗੁਰਬਖਸ਼ ਸਿੰਘ ਜੀ ਨੂੰ ਸਤਿਗੁਰੂ ਜੀ ਕਹਿਣ ਲੱਗੇ, ਉਹ ਭਾਈ ਲੜਕੇ ਗੁਰਬਖਸ਼ ਸਿੰਘ, ਤੂੰ ਕਿਉਂ ਚੁੱਪ ਹੈ? ਤੂੰ ਕਿਉ ਬੋਲਤ ਨਹਿ ਅਬੈ, ਕਹਿਨ ਹੋਗ ਮਮ ਸਿੰਘ। ਸਾਰੀ ਵਿਚਾਰ ਕਰ ਰਹੇ ਹਨ, ਤੂੰ ਵੀ ਕੋਈ ਆਪਣੀ ਵਿਚਾਰ ਰੱਖਣਾ ਕਰ। ਤੂੰ ਕਿਉਂ ਚੁੱਪ ਹੈ? ਤੂੰ ਕਿਉਂ ਨਹੀਂ ਬੋਲਦਾ? ਤਬ ਮੈਂ ਬੋਲਿਓ ਸਮਝ ਕੇ, ਮਨ ਪਰਚਾ ਤੁਮ ਚਰਨ। ਭਾਈ ਗੁਰਬਖਸ਼ ਸਿੰਘ ਜੀ, ਭਾਈ ਰਾਮ ਕੋਇਰ ਜੀ ਕਹਿੰਦੇ, ਫਿਰ ਮੈਂ ਜਦੋਂ ਸਤਿਗੁਰਾਂ ਨੇ ਕਿਹਾ, ਫਿਰ ਕਹਿਣ ਲੱਗੇ, ਮੈਂ ਬੋਲਿਆ, ਕਿਹਾ ਕਿ ਮਹਾਰਾਜ ਤੁਹਾਡੀ ਸ਼ਰਨ ਵਿੱਚ, ਤੁਹਾਡੇ ਚਰਨਾਂ ਵਿੱਚ ਮੇਰਾ ਮਨ ਜਿਹੜਾ ਹੈ ਉਹ ਪਰਚਿਆ ਹੋਇਆ ਹੈ। ਮੇਰਾ ਮਨ ਪ੍ਰਸੰਨ ਹੈ ਆਪ ਜੀ ਦੇ ਚਰਨਾਂ ਵਿੱਚ ਰਹਿ ਕਰਕੇ। ਜੰਤੀ ਕੀ ਕਿਆ ਬਸ ਸਹੀ, ਕਰਤਾ ਤੁਮਰੀ ਸ਼ਰਨ। ਸਤਿਗੁਰੂ ਜੀ, ਜੰਤੀ ਦੇ ਕੀ ਵਸ ਹੈ? ਜਿਹੜਾ ਸਾਜ਼ ਹੁੰਦਾ ਹੈ ਉਹ ਆਪਣੇ ਆਪ ਨਹੀਂ ਵੱਜਦਾ। ਜੰਤੀ ਨੂੰ ਜਦੋਂ ਕੋਈ ਵਜਾਉਂਦਾ ਹੈ ਉਹ ਉਦੋਂ ਹੀ ਵੱਜਦਾ ਹੈ। ਮਹਾਰਾਜ ਜਿੰਨੇ ਜੰਤ ਹਨ ਆਪ ਜੀ ਦੇ, ਜੇ ਆਪ ਜੀ ਦੀ ਰੌਂ ਚੱਲਦੀ ਹੈ ਤਾਂ ਹੀ ਸਾਰੇ ਜੰਤ ਵੱਜ ਰਹੇ ਹਨ। ਜਿਵੇਂ ਮਹਾਰਾਜ ਇਹਨਾਂ ਜੰਤਾਂ ਨੂੰ, ਇਹਨਾਂ ਜੀਵਾਂ ਨੂੰ ਤੁਸੀਂ ਵਜਾ ਰਹੇ ਹੋ, ਉਵੇਂ ਹੀ ਸਤਿਗੁਰੂ ਜੀ ਇਹ ਵੱਜਦੇ ਹਨ, ਉਵੇਂ ਹੀ ਬੋਲਦੇ ਹਨ। ਜੰਤੀ ਦੇ ਕੀ ਵਸ ਹੈ ਸਤਿਗੁਰੂ ਜੀ? ਆਪ ਜੀ ਕਰਤਾ ਹੋ। ਸਾਰੇ ਜੀਵ ਆਪ ਜੀ ਦੀ ਸ਼ਰਨ ਵਿੱਚ ਹਨ। ਜਿਉਂ ਤੁਸੀਂ ਬੁਲਾਉਂਦੇ ਹੋ, ਜਿਉਂ ਬੁਲਾਵੈ ਤਿਉਂ ਬੋਲੇ ਸੁਆਮੀ, ਕੁਦਰਤ ਕਵਨ ਹਮਾਰੀ। ਜਿਵੇਂ ਮਹਾਰਾਜ ਇਹਨਾਂ ਜਨਤਾਂ ਨੂੰ ਤੁਸੀਂ ਬੁਲਾਉਂਦੇ ਹੋ, ਮੈਂ ਤਾਂ ਜਨਤ ਹਾਂ। ਜਿਵੇਂ ਆਪ ਜੀ ਸੋਝੀ ਦਿਓ ਤਿਵੇਂ ਹੀ ਕੋਈ ਬੋਲਦਾ ਹੈ। ਆਠ ਪਹਿਰ ਕੀ ਚੇਸ਼ਟਾ, ਬੈਠ ਸਮਰਪਿਓ ਧਿਆਨ। ਇਕੱਠੇ ਪਹਿਰ ਸਤਿਗੁਰੂ ਜੀ ਆਪ ਜੀ ਦੇ ਚਰਨਾਂ ਦੀ ਚੇਸ਼ਟਾ, ਹਿਰਦੇ ਅੰਦਰ ਭਾਵਨਾ ਆਪ ਜੀ ਦੇ ਪਵਿੱਤਰ ਨਾਮ ਦੀ, ਔਰ ਆਪ ਜੀ ਨੂੰ ਧਿਆਨ ਜਿਹੜਾ ਹੈ ਉਹ ਸਮਰਪਣ ਕੀਤਾ ਹੋਇਆ, ਆਪ ਜੀ ਦੇ ਚਰਨਾਂ ਵਿੱਚ ਧਿਆਨ ਜੁੜਿਆ ਹੋਇਆ ਹੈ। ਨੱਥ ਹਮਾਰੀ ਕਥ ਕਰ, ਤੁਮਰੇ ਹਮਰਾ ਗਿਆਨ। ਸਤਿਗੁਰੂ ਜੀ, ਸਾਡੀ ਨੱਥ ਆਪ ਜੀ ਦੇ ਹੱਥ ਵਿੱਚ ਹੈ। ਨੱਕ ਨੱਥ ਖਸਮ ਹੱਥ, ਕਿਰਤ ਤੱਕੇ ਦੇ, ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੈ। हे ਮਹਾਰਾਜ, ਸਾਡੀ ਨੱਥ ਆਪ ਜੀ ਦੇ ਹੱਥ ਵਿੱਚ ਹੈ। ਪ੍ਰਭ ਡੋਰੀ ਹਾਥ ਤੁਮਾਰੇ। ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਕੂਕਰ ਰਾਮ ਕੋ, ਮੁਤਿਆ ਮੇਰੋ ਨਾਓ, ਗਲੇ ਹਮਾਰੇ ਜੇਵਰੀ ਜੈ ਖਿੰਚੈ ਤੈ ਜਾਓ। ਸਾਡੇ ਗਲ ਵਿੱਚ ਜੰਜੀਰ ਪਾਈ ਹੋਈ, ਪਰਮੇਸ਼ਰ ਨੇ ਜਿੱਧਰ ਨੂੰ ਲੈ ਕੇ ਜਾਂਦਾ ਸੀ ਉਧਰ ਨੂੰ ਜਾਂਦੇ। ਅੱਜ ਕੱਲ੍ਹ ਮਾਲਕਾਂ ਨੇ ਰੱਖਿਆ ਹੁੰਦਾ ਕੁੱਤਾ, ਹੁਣ ਜਿੱਧਰ ਨੂੰ ਕੁੱਤਾ ਖਿੱਚਦਾ ਮਾਲਕ ਉਧਰ ਨੂੰ ਜਾਂਦਾ। ਮਨ ਪਿੱਛੇ ਲੱਗ ਕਰਕੇ ਕਹਿਣ ਲੱਗੇ, ਮਨ ਵੀ ਇੱਕ ਕੂਕਰ ਦੀ ਨਿਆਈ ਹੈ। ਜਿਵੇਂ ਮਾਲਕ ਨੂੰ ਖਿੱਚਦਾ ਹੈ ਉਸੇ ਤਰ੍ਹਾਂ ਹੀ ਕਹਿਣ ਲੱਗੇ ਦੌੜਿਆ ਫਿਰਦਾ। ਮਾਟੀ ਕੋ ਪੂਤਰਾ ਕੈਸੇ ਨਚਤ ਹੈ, ਦੇਖੈ ਦੇਖੈ ਸੁਨੈ ਬੋਲੇ, ਦੌੜਿਓ ਫਿਰਤ ਹੈ। ਜਬ ਕਛ ਪਾਵੈ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਨ ਲਗਤ ਹੈ। ਭਾਈ ਰਾਮ ਕੋਇਰ ਜੀ ਕਹਿੰਦੇ, ਮਹਾਰਾਜ ਅਸੀਂ ਤਾਂ ਆਪ ਜੀ ਦੇ ਦਰ ਦੇ ਕੂਕਰ ਹਾਂ। ਮਹਾਰਾਜ ਸਾਡੀ ਡੋਰ ਆਪ ਜੀ ਦੇ ਹੱਥ ਵਿੱਚ ਹੈ, ਨੱਥ ਸਾਡੀ ਤੁਹਾਡੇ ਹੱਥ ਵਿੱਚ ਹੈ। ਜਿੱਧਰ ਨੂੰ ਆਪ ਜੀ ਲੈ ਕੇ ਜਾਂਦੇ ਹੋ ਅਸੀਂ ਉਧਰ ਨੂੰ ਜਾਂਦੇ ਹਾਂ। ਤੁਹਾਡਾ ਹੀ ਧਿਆਨ ਹੈ ਔਰ ਤੁਹਾਡਾ ਹੀ ਦਿੱਤਾ ਹੋਇਆ ਗਿਆਨ ਹੈ। ਸੋਝੀ ਮਹਾਰਾਜ ਆਪ ਜੀ ਦੀ ਦਿੱਤੀ ਹੋਈ ਹੈ। ਸੁਨ ਸਾਹਿਬ ਸਿੰਘ ਸੁਨ ਹਸੇ, ਤਬ ਹੋ ਕਹਿ ਕਰ ਜੋਰ। ਭਾਈ ਸਾਹਿਬ ਸਿੰਘ ਜੀ ਲਿਖਾਰੀ ਨੇ, ਜਿਨ੍ਹਾਂ ਨੇ 100 ਸਾਖੀ ਇਹ ਲਿਖੀ ਹੈ। ਭਾਈ ਰਾਮ ਕੋਇਰ ਜੀ ਸੁਣਾਉਂਦੇ, ਭਾਈ ਸਾਹਿਬ ਸਿੰਘ ਜੀ ਲਿਖਦੇ ਹਨ। ਕੋਲੀ ਬੈਠੇ ਮਹਾਰਾਜਿਆਂ ਦੇ ਜਦੋਂ ਇਸ ਤਰ੍ਹਾਂ ਭਾਈ ਰਾਮ ਕੋਇਰ ਜੀ ਨੇ ਕਿਹਾ, ਭਾਈ ਸਾਹਿਬ ਸਿੰਘ ਜੀ ਸੁਣ ਕੇ ਹੱਸੇ ਹਨ। ਔਰ ਫਿਰ ਰਾਮ ਕੋਇਰ ਜੀ ਕਹਿਣ ਲੱਗੇ, ਮੈਂ ਹੱਥ ਜੋੜ ਕੇ ਬੇਨਤੀ ਕੀਤੀ, ਸਭ ਕੋ ਉੱਤਰ ਆਪ ਹੀ, ਕਹੀਏ ਸੰਗਤ ਤੋਰ। ਭਾਈ ਰਾਮ ਕੋਇਰ ਜੀ ਬੇਨਤੀ ਕਰਦੇ, ਮਹਾਰਾਜ
ਕਵੀਆਂ ਦਾ ਆਪੋ ਆਪਣਾ ਵਿਚਾਰ ਹੈ, ਆਪੋ ਆਪਣਾ ਮਤ ਹੈ। ਕਿਰਪਾ ਕਰਕੇ ਮਹਾਰਾਜ ਸਾਰੇ ਸਵਾਲਾਂ ਦਾ ਜਿਹੜਾ ਉੱਤਰ ਹੈ ਆਪ ਜੀ ਦੇਣਾ ਕਰੋ। ਬੋਲੇ ਪ੍ਰਭ ਤਪ ਦਿਆਲ ਹੋਏ, ਜਨਮ ਜੋਨ ਭ੍ਰਮ ਜੀਵ। ਦਇਆਲ ਹੋ ਕਰਕੇ ਸਤਿਗੁਰੂ ਜੀ ਕਿਰਪਾ ਕਰਦੇ। ਮਹਾਰਾਜ ਕਹਿਣ ਲੱਗੇ, ਜਨਮਾਂ ਦੇ ਵਿੱਚ ਬਹੁਤ ਜੂਨੀਆਂ ਦੇ ਵਿੱਚ ਜੀਵ ਜਿਹੜਾ ਹੈ ਉਹ ਭਰਮ ਕੇ ਆਇਆ ਹੈ। ਬਹੁਤ ਜਨਮ ਵਿਛੁਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਕਿੰਨੀਆਂ ਜੂਨਾਂ ਜਿਹੜੀਆਂ ਨੇ, ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ। ਮਿਲ ਜਗਦੀਸ਼ ਮਿਲਨ ਕੀ ਭਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਕਵਨ ਗੁਣ ਪ੍ਰਾਨ ਪਤ ਮਿਲੋ ਮੇਰੀ ਮਾਈ, ਰੂਪਹੀਨ ਬੁੱਧ ਬਲਹੀਨੀ, ਮੋਹਿ ਪਰਦੇਸਨ ਦੂਰ ਤਿਆਈ। ਇਹ ਪਰਦੇਸਣ ਹੈ ਜੀਵਾਤਮਾ, ਦੂਰੋਂ ਚੱਲ ਕੇ ਆਈ। ਲੰਮਾ ਪੈਂਡਾ ਤੈਅ ਕਰਕੇ 84 ਦਾ ਗੇੜ ਇਹਦੀ ਦੂਰੀ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ, ਕਿੰਨੀਆਂ ਜੂਨਾਂ ਦੇ ਵਿੱਚ ਜੀਵ ਜਿਹੜਾ ਹੈ ਉਹ ਭਰਮ ਕੇ ਆਇਆ ਹੈ। ਨਿੰਦਰ ਵਸ ਇਕਾਂਤ ਚਿੱਤ, ਲਖੈ ਭ੍ਰਮੈ ਸੁਖ ਨੀਵ। ਜਦੋਂ ਇਹ ਨੀਂਦਰਾ ਵਸ ਹੁੰਦਾ ਹੈ ਇਕਾਂਤ ਵਿੱਚ, ਫਿਰ ਇਹ ਉਹਨਾਂ ਜੂਨਾਂ ਦੇ ਵਿੱਚ ਕਈ ਵਾਰ ਇਹਦਾ ਖਿਆਲ ਜਿਹੜਾ ਹੈ ਉਹ ਭਰਮਦਾ ਹੈ, ਭਟਕਦਾ ਹੈ ਸੁਪਨੇ ਦੇ ਵਿੱਚ। ਕਈ ਥਾਵਾਂ 'ਤੇ ਜਾਂਦਾ ਹੈ, ਕਈ ਥਾਵਾਂ 'ਤੇ ਚੱਕਰ ਲਾਉਂਦਾ ਹੈ। ਉਹ ਜਿਹੜਾ ਜੂਨਾਂ ਦਾ ਗੇੜ ਹੈ ਇਹਦੇ ਮਨ ਵਿੱਚ ਉਹ ਵਸਿਆ ਹੋਇਆ ਹੈ। ਤਾਰਾ ਗੁਰ ਪਤਨੀ ਭੁਗੀ, ਚੰਦ ਕਾਲਖਾ ਦੇਖ। ਚੰਦਰਮਾ ਇਹਦੇ ਮਸਤਕ ਤੇ ਜਿਹੜਾ ਕਲੰਕ ਲੱਗਿਆ ਹੋਇਆ। ਕਹਿਣ ਲੱਗੇ, ਆਪਣੇ ਗੁਰੂ ਦੀ ਪਤਨੀ ਜਿਹੜੀ ਸੀ ਤਾਰਾ, ਤਾਰਾ ਦੇ ਨਾਲ ਕਹਿਣ ਲੱਗੇ ਇਹਨੇ ਮੈਲਾ ਵਿਵਚਾਰ ਕੀਤਾ ਹੈ। ਪਰ ਨਾਰੀ ਪਰਸਨ ਅਗੀ, ਲੋਕ ਦਿਖਾਇਓ ਲੇਖ। ਕਿਉਂਕਿ ਪਰਾਈ ਨਾਰ ਦੇ ਨਾਲ, ਕਹਿਣ ਲੱਗੇ ਪਰਾਈ ਇਸਤਰੀ ਦੇ ਨਾਲ ਜਦੋਂ ਇਹਨੇ ਐਸਾ ਕੁਕਰਮ ਕੀਤਾ ਤਾਂ ਇਹਨੂੰ ਕਲੰਕ ਲੱਗਿਆ ਹੋਇਆ। ਫਿਰ ਇਹ ਲੋਕਾਂ ਨੂੰ ਗਿਆਨ ਦਿੰਦਾ ਚੰਦਰਮਾ। ਕਹਿਣ ਲੱਗੇ, ਆਹ ਦੇਖੋ ਦੁਨੀਆ ਦੇ ਲੋਕੋ, ਮੇਰੇ ਮੱਥੇ ਤੇ ਆ ਕਲੰਕ ਲੱਗਿਆ ਹੋਇਆ। ਕਿਉਂ ਲੱਗਿਆ ਹੋਇਆ? ਕਿਉਂਕਿ ਮੈਂ ਪਰ ਇਸਤਰੀ ਦਾ ਸੰਗ ਕੀਤਾ ਹੈ। ਇਸ ਕਰਕੇ ਗ੍ਰਹਿਸਥ ਧਰਮ ਦੇ ਅੰਦਰ ਪਰ ਇਸਤਰੀ ਪਰ ਪੁਰਸ਼ ਜਿਹੜਾ ਹੈ ਗਮਨ ਕਰਨਾ, ਸੰਗ ਕਰਨਾ ਬੱਜਰ ਕੁਰੈਤ ਹੈ। ਪਰ ਨਾਰੀ ਕੀ ਸੇਜ ਭੂਲ, ਸੁਪਨੇ ਹੋ ਨਾ ਜਾਈਓ। ਮਹਾਰਾਜ ਚੰਦਰਮਾ ਦਿਖਾਉਂਦਾ ਹੈ ਕਲੰਕ ਲੱਗਿਆ ਹੋਇਆ। ਕਹਿਣ ਲੱਗਿਆ, ਦੇਖੋ ਮੇਰੇ ਮਸਤਕ ਤੇ ਇਹ ਕਲੰਕ ਲੱਗਿਆ ਹੋਇਆ, ਉਹ ਆਪਣਾ ਲੇਖ ਦਿਖਾ ਰਿਹਾ ਹੈ। ਰਾਮ ਲਖਨ ਮ੍ਰਿਗਿਆ ਗਏ, ਵਿਛੜੇ ਦੋਨੋਂ ਭਰਾਤ। ਜਦੋਂ ਗੋਡੇ ਤੇ ਪੱਗ ਰੱਖ ਲੈਂਦੇ, ਕਹਿਣ ਲੱਗੇ ਰਾਮ ਤੇ ਲక్ష్మణ ਜੀ ਜਦੋਂ ਦੋਨੋਂ ਭਰਾਤਾ ਵਿਛੜ ਗਏ, ਮਿਰਗ ਦੇ ਪਿੱਛੇ ਦੌੜਦਿਆਂ, ਉਹਦਾ ਸ਼ਿਕਾਰ ਕਰਦਿਆਂ ਹੋਇਆਂ। ਨਿਸ ਗੋਡੇ ਪਗੜੀ ਧਰੀ, ਮਿੱਤਰ ਕਹਾਣੀ ਬਾਤ। ਸਾਰੀ ਰਾਤ ਵਿਛੜੇ ਰਹੇ, ਦੂਰ ਦੂਰ ਚਲੇ ਗਏ ਦੋਨੋਂ ਭਰਾ। ਫਿਰ ਉਹਨਾਂ ਨੇ ਇੱਕ ਦਰਖਤ ਦੇ ਥੱਲੇ ਬਹਿ ਕਰਕੇ ਲక్ష్మణ ਜੀ ਨੇ ਆਪਣੀ ਪੱਗ ਆਪਣੇ ਗੋਡੇ ਤੇ ਧਰ ਲਈ ਔਰ ਰਾਮ ਜੀ ਨੇ ਆਪਣੀ ਪੱਗ ਜਿਹੜੀ ਸੀ ਗੋਡੇ ਤੇ ਧਰ ਲਈ। ਉਹਨਾਂ ਨੇ ਜਾਣਿਆ ਕਿ ਗੋਡੇ ਤੇ ਜਿਹੜੀ ਪੱਗ ਹੈ ਇਹ ਲక్ష్మణ ਜੀ ਦੀ ਹੈ। ਔਰ ਲక్ష్మణ ਜੀ ਕਹਿਣ ਲੱਗੇ, ਇਹ ਜਿਹੜੀ ਪੱਗਿਆ ਹੈ ਇਹ ਸ਼੍ਰੀ ਰਾਮ ਜੀ ਦੀ ਹੈ। ਲక్ష్మణ ਜੀ ਹੁਣ ਰਾਮ ਜੀ ਦੇ ਨਾਲ ਗੱਲਾਂ ਕਰ ਰਹੇ, ਗੋਡੇ ਤੇ ਪੱਗ ਰੱਖ ਕੇ, ਔਰ ਰਾਮ ਜੀ ਲక్ష్మణ ਦੇ ਨਾਲ ਗੱਲਾਂ ਕਰ ਰਹੇ। ਦੋਨੋਂ ਭਰਾ ਵਿਛੜੇ ਹੋਏ ਔਰ ਦੋਨੋਂ ਹੀ ਗੱਲਾਂ ਕਰ ਰਹੇ ਹਨ। ਕਹਿਣ ਲੱਗੇ ਗੋਡੇ ਤੇ ਪੱਗ ਰੱਖ ਕੇ ਸਾਰੀ ਰਾਤ ਇਸੇ ਤਰ੍ਹਾਂ ਹੀ ਗੱਲਾਂ ਕਰਦਿਆਂ ਉਹਨਾਂ ਦੀ ਬਤੀਤ ਹੋਈ ਹੈ। ਧਿਆਨ ਮਿਲੇ ਪਰਚਾ ਪਗੜ, ਪਰ ਦੀਨਾ ਸਭ ਇਹ। ਜਦੋਂ ਸਵੇਰ ਵੇਲੇ ਮਿਲੇ ਫਿਰ ਉਹਨਾਂ ਨੇ ਦੱਸਿਆ ਕਿ ਭਰਾਤਾ ਜੀ ਮੈਂ ਤਾਂ ਸਾਰੀ ਰਾਤ ਆਪ ਜੀ ਦੇ ਨਾਲ ਹੀ ਗੱਲਾਂ ਕਰਦਾ ਰਿਹਾ। ਇਸ ਪ੍ਰਕਾਰ ਫਿਰ ਉਹਨਾਂ ਨੇ ਇਹ ਵਰ ਦਿੱਤਾ। ਕਹਿਣ ਲੱਗੇ ਰਾਮ ਜੀ ਨੇ, ਗੋਡੇ ਪਰ ਦਸਤਾਰ ਧਰ, ਪਾਵੈ ਨਿਰਦੁਖ ਦੇ।
ਕਹਿਣ ਲੱਗੇ ਜਦੋਂ ਆਪਣੀ ਦਸਤਾਰ ਗੋਡੇ ਤੇ ਉਤਾਰ ਕੇ ਗੋਡੇ ਤੇ ਰੱਖ ਲੈਂਦਾ ਕੋਈ, ਫਿਰ ਉਹਨੂੰ ਕੋਈ ਪਾਪ ਨਹੀਂ ਲੱਗਦਾ, ਨਿਰਦੋਖ ਨਹੀਂ ਲੱਗਦਾ। ਇਹ ਰਾਮ ਜੀ ਨੇ ਉਦੋਂ ਵਰ ਦੇ ਦਿੱਤਾ। ਪਰ ਗੁਰਮਤਿ ਦੇ ਵਿੱਚ ਹਰ ਇੱਕ ਲੜ ਜਿਹੜਾ ਹੈ ਗੁਰਸਿੱਖ ਨੇ ਚੁਣ ਚੁਣ ਕੇ ਸਜਾਉਣੀ ਹੈ ਦਸਤਾਰ, ਔਰ ਉਸੇ ਤਰ੍ਹਾਂ ਹੀ ਉਤਾਰਨੀ ਹੈ। ਇਹ ਸ਼੍ਰੀ ਰਾਮਚੰਦਰ ਜੀ ਨੇ ਕਿਹਾ ਸੀ। ਆਮ ਤੌਰ 'ਤੇ ਪੁਰਾਣੇ ਬਜ਼ੁਰਗ ਜਿਹੜੇ ਸੀ, ਜਦੋਂ ਦੁਪਹਿਰ ਵੇਲੇ ਉਹਨਾਂ ਨੇ ਪੈਣਾ ਤਾਂ ਆਪਣੀ ਦਸਤਾਰ ਜਿਹੜੀ ਸੀ ਉਹ ਗੋਡੇ 'ਤੇ ਰੱਖ ਲੈਂਦੇ ਸੀ। ਪਰਨਾ ਬੰਨ੍ਹਿਆ ਹੁੰਦਾ ਉਹਨਾਂ ਨੇ ਗੋਡੇ 'ਤੇ ਰੱਖ ਲੈਣਾ ਉਤਾਰ ਕਰਕੇ। ਇਸ ਕਰਕੇ ਮਹਾਰਾਜ ਜੀ ਕਹਿੰਦੇ ਉਦੋਂ ਦੀ ਇਹ ਪ੍ਰਥਾ ਜਿਹੜੀ ਉਹ ਚੱਲੀ ਆਉਂਦੀ ਹੈ। ਭੂਤ ਜਾਤ ਭੂ ਪਰ ਜਿਤੇ ਮੁੱਤਰ ਦੋਖ ਮਿਟ ਜਾਏ। ਜਦੋਂ ਜੰਗਲ ਪਾਣੀ ਜਾਂਦੇ ਉਦੋਂ ਕਹਿਣ ਲੱਗੇ ਫਿਰ ਥੁੱਕਦੇ ਹਨ ਜੀਵ। ਉਦੋਂ ਕਹਿਣ ਲੱਗੇ ਥਾਂ ਤੇ ਐਸੀਆਂ ਰੂਹਾਂ ਫਿਰਦੀਆਂ, ਜਦੋਂ ਫਿਰ ਇਹ ਆਪਣੀ ਕਿਰਿਆ ਕਰਕੇ ਥੁੱਕ ਦਿੰਦੇ ਹਨ ਫਿਰ ਕੋਈ ਦੋਖ ਨਹੀਂ ਲੱਗਦਾ। ਥੂਕ ਦੀਏ ਸੁਧ ਕਾਏ ਹੋਏ ਪਿੱਛੇ ਸਹੀ ਬਣਾਏ। ਔਰ ਥੁੱਕ ਕੇ ਫਿਰ ਆਪਣੇ ਸਰੀਰ ਨੂੰ ਸ਼ੁੱਧ ਕਰਨਾ, ਆਪਣੇ ਹੱਥ ਧੋਣੇ ਆ ਕਰਕੇ। ਫਿਰ ਕਹਿਣਗੇ ਬਲਾ ਜਿਹੜੀ ਹੈ ਇਹ ਪਿੱਛੇ ਨਹੀਂ ਆਉਂਦੀ। ਪਾਪ ਗ੍ਰਸੈ ਜਬ ਆਨ ਕੈ ਤ੍ਰਿਸਕਾਰ ਬਿਦ ਆਨ। ਜਦੋਂ ਪਾਪਾਂ ਨੇ ਆਣ ਕੇ ਗ੍ਰਸਿਆ ਹੈ ਜੀਵ ਨੂੰ, ਬਿਨਾ ਬੁਲਾਏ ਬੋਲੀਏ ਜਾਂ ਬਿਦ ਭਲੀ ਨ ਮਾਨ। ਫਿਰ ਕਹਿਣ ਲੱਗੇ ਜੀਵ ਬਿਨਾ ਬੁਲਾਏ ਬੋਲਦਾ ਹੈ। ਜਦੋਂ ਪਾਪਾਂ ਦਾ ਭਰਿਆ ਹੋਇਆ ਘੜਾ ਹੁੰਦਾ ਹੈ ਫਿਰ ਐਸਾ ਸਮਾਂ ਆ ਜਾਂਦਾ ਜੀਵ ਤੇ ਸਾਰੀ ਉਮਰ ਕੋਈ ਚੰਗਾ ਕੰਮ ਨਹੀਂ ਕੀਤਾ, ਸਾਰੀ ਉਮਰ ਬੁਰਾ ਕਰਦਾ ਰਿਹਾ। ਫਿਰ ਅਖੀਰਲੇ ਸਮੇਂ ਕਹਿਣ ਲੱਗੇ ਫਿਰ ਉਹਨੂੰ ਨੀਂਦ ਨਹੀਂ ਆਉਂਦੀ, ਫਿਰ ਉਹ ਬਿਨਾਂ ਬੁਲਾਏ ਬੋਲਦਾ, ਅਵਾ ਤਵਾ ਬੋਲੀ ਜਾਂਦਾ ਹੈ। ਘਰ ਵਾਲੇ ਵੀ ਉਹਦਾ ਮੰਜਾ ਫਿਰ ਦੂਰ ਢਾਹ ਦਿੰਦੇ, ਪਤਾ ਨਹੀਂ ਕੀ ਬੋਲੀ ਜਾਂਦਾ ਹੈ। ਜਿਨ੍ਹਾਂ ਵਾਸਤੇ ਸਾਰੀ ਉਮਰ ਕਮਾਉਂਦਾ ਰਿਹਾ ਹੈ, ਪਾਪ ਕਰਦਾ ਰਿਹਾ, ਬਹੁ ਪਰਪੰਚ ਕਰ ਪਰ ਧਨ ਲਿਆਵੈ, ਸੁੱਤਦਾਰਾ ਪਹਿਆਨ ਲੁਟਾਵੈ, ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪਹਿ ਲੀਜੈ, ਛਿਨ ਛਿਨ ਤਨ ਸੀਜੈ ਜਰਾ ਜਨਾਵੈ, ਤਬ ਤੇਰੀ ਓਗ ਕੋਈ ਪਾਣੀਓ ਨਾ ਪਾਵੈ, ਕਹਿਤ ਕਬੀਰ ਕੋਈ ਨਹੀਂ ਤੇਰਾ, ਹਿਰਦੈ ਰਾਮ ਕੀ ਨਾ ਜਪੈ ਸਵੇਰਾ। ਜਦੋਂ ਪਾਪ ਜਿਹੜੇ ਹਨ ਭਾਰੂ ਹੋ ਜਾਂਦੇ ਹਨ ਫਿਰ ਜੀਵ ਮਹਾਰਾਜ ਜੀ ਕਹਿੰਦੇ ਬਿਨਾਂ ਬੁਲਾਇਆ ਬੋਲਦਾ ਹੈ। ਆਦ ਅੰਤ ਰੋਟੀ ਗ੍ਰਹੀ ਦੇਵ ਪਿੱਤਰ ਹਿਤ ਦੇਨ। ਔਰ ਜਦੋਂ ਮਾਈਆਂ ਰੋਟੀ ਦਾ ਜਿਹੜਾ ਪਹਿਲਾ ਪੇੜਾ ਉਹਨਾਂ ਨੇ ਕੱਢਣਾ, ਥੋੜ੍ਹਾ ਜਿਹਾ ਆਟਾ ਤੋੜ ਕਰਕੇ ਪਿੱਛੇ ਰੱਖ ਲੈਂਦੀਆਂ। ਕਹਿੰਦੇ ਆਪਣੇ ਪਿੱਤਰਾਂ ਦੇ ਨਿਮਿੱਤ, ਦੇਵਤਿਆਂ ਦੇ ਪਿੱਤਰਾਂ ਦੇ ਨਿਮਿੱਤ ਇਹ ਜਿਹੜਾ ਛਾਂਦਾ ਹੈ ਥੋੜ੍ਹਾ ਜਿਹਾ ਕੱਢ ਕੇ ਪਿੱਛੇ ਰੱਖ ਦਿੰਦੀਆਂ ਹਨ। ਵੇਦ ਉਕਤ ਕੇ ਧਰਮਵਾਨ ਏਕ ਪਿਛਾੜੀ ਲੇਨ। ਔਰ ਫਿਰ ਬਾਅਦ ਦੇ ਵਿੱਚ ਪਹਿਲੇ ਜਿਹੜੇ ਪ੍ਰਸ਼ਾਦੇ ਪਕਾਉਣੇ ਉਹਨਾਂ ਨੇ ਪੰਡਤ ਆਦਿ ਲੈਣ ਆਉਂਦੇ, ਫਿਰ ਉਹ ਪ੍ਰਸ਼ਾਦੇ ਪਹਿਲੇ ਉਹਨਾਂ ਨੂੰ ਦੇ ਦੇਣੇ। ਔਰ ਜਿਹੜਾ ਬਾਅਦ ਦੇ ਵਿੱਚ ਪ੍ਰਸ਼ਾਦਾ ਪਕਾਉਣਾ ਫਿਰ ਉਹ ਜਿਹੜਾ ਬਚਿਆ ਹੋਇਆ ਆਟਾ ਥੋੜ੍ਹਾ ਜਿਹਾ ਪਿੱਛੇ ਰੱਖਦੀਆਂ, ਉਹ ਦੂਸਰਾ ਜਿਹੜਾ ਅਖੀਰਲਾ ਪੇੜਾ ਹੁੰਦਾ ਉਸ ਪੇੜੇ ਨਾਲ ਮਿਲਾ ਕਰਕੇ ਉਹਨੂੰ ਮੰਡਾ ਕਿਹਾ ਜਾਂਦਾ ਹੈ। ਉਹ ਮੰਡਾ ਜਿਹੜਾ ਹੈ ਫਿਰ ਬਾਈਆਂ ਉਹ ਰੋਟੀ ਬਣਾਉਂਦੀਆਂ ਹਨ। ਸਗਲ ਹੋਏ ਸਭ ਸੂਰਮੇ ਦੇਵ ਦਾਹਿਨੇ ਹੋਏ। ਜਿਹੜੇ ਸੂਰਮੇ ਹਨ, ਸੂਰਮਾ ਜੰਗ ਦੇ ਮੈਦਾਨ ਵਿੱਚ ਜਦੋਂ ਧਨੁੱਖ ਦੀ ਟਣਕਾਰ ਕਰਦਾ ਹੈ, ਰਣ ਸ਼ਤਰਨ ਕੋ ਸਾਹਮਣੇ ਕਰੇ ਟੰਕਾਰੀ ਕਰੋਹੇ। ਜੰਗ ਦੇ ਮੈਦਾਨ ਵਿੱਚ ਸ਼ਤਰੂ ਦੇ ਸਾਹਮਣੇ ਇਹ ਜਿਹੜੀ ਟੰਕਾਰ ਹੈ ਧਨੁੱਖ ਦੀ, ਇੱਕ ਵੰਗਾਰ ਹੈ ਸ਼ਤਰੂਆਂ ਨੂੰ। ਚੌਪਈ ਅਜਮੇਰ ਸ਼ਾਹ ਕੀ ਕੰਨਿਆ ਹੋਈ। ਅਜਮੇਰ ਸ਼ਾਹ ਦੀ ਇੱਕ ਲੜਕੀ ਹੋਈ। ਜਿਹੜਾ ਜਗਤ ਜੂਟ ਤੰਬਾਕੂ ਦੀ ਜਿਹੜੀ ਸ਼ੁਰੂਆਤ ਹੋਈ, ਫਿਰ ਉਹ ਮਹਾਰਾਜ ਜੀ ਸਰਵਣ ਕਰਾਉਂਦੇ ਕਦੋਂ ਤੋਂ ਤੰਬਾਕੂ ਜਿਹੜਾ ਹੈ ਇਹ ਵਰਤਿਆ ਜਾਣ ਲੱਗਿਆ ਸੰਸਾਰੀ ਜੀਵਾਂ ਨੂੰ।
ਅਜਮੇਰ ਸ਼ਾਹ ਦੀ ਕੰਨਿਆ ਹੈ। ਪਿਤ ਆਇਸ ਕੋ ਲੇਕਰ ਸੋਈ। ਉਹਨੇ ਆਪਣੇ ਪਿਤਾ ਦੇ ਕੋਲੋਂ ਆਗਿਆ ਮੰਗੀ ਕਿ ਜਿਹੜਾ ਮੈਂ ਆਪਣੇ ਵਾਸਤੇ ਵਰ ਚੁਣਨਾ ਹੈ ਉਹ ਮੈਂ ਆਪਣੀ ਮਰਜ਼ੀ ਦਾ ਚੁਣਨਾ ਹੈ। ਚਹਿਤ ਕੰਤ ਕੋ ਕਰਨ ਨਿਹਾਰੈ। ਕਿਉਂਕਿ ਪਹਿਲੇ ਸਮਿਆਂ ਅੰਦਰ ਲੜਕੀ ਨੂੰ ਅਧਿਕਾਰ ਨਹੀਂ ਸੀ ਆਪਣਾ ਵਰ ਦੇਖਣ ਦਾ। ਉਹ ਕਹਿੰਦੀ ਮੈਂ ਆਪਣਾ ਵਰ ਜਿਹੜਾ ਚੁਣਨਾ ਆਪ ਦੇਖ ਕੇ ਚੁਣਨਾ, ਪਹਿਲਾਂ ਦੇਖਾਂਗੀ ਫਿਰ ਮੈਂ ਆਪਣੇ ਵਾਸਤੇ ਆਪਣਾ ਵਰ ਜਿਹੜਾ ਹੈ ਉਹ ਸਿਲੈਕਟ ਕਰਾਂਗੀ। ਖੋਜਨ ਕਰਹਿ ਨ ਨਿਸ਼ਚੈ ਧਾਰੈ। ਖੋਜਦੀ ਹੈ, ਭਾਲ ਕਰਦੀ ਹੈ ਕੋਈ ਇਸ ਤਰ੍ਹਾਂ ਦਾ ਮੇਰੇ ਵਾਸਤੇ ਜਿਹੜਾ ਵਰ ਹੈ, ਕਿਸੇ ਤੇ ਵੀ ਨਿਸ਼ਚਾ ਨਹੀਂ ਹੋਇਆ। ਤਪ ਵਿਸਾਰ ਕੋ ਤਾਪਤ ਜੋਏ। ਜਿਹੜਾ ਵਿਅਕਤੀ ਵਿਸ਼ਾਲ ਤਪ ਕਰਦਾ ਹੋਏਗਾ, ਤੇਜ ਸਹਿਤ ਮਮ ਪਤ ਹੋਇ ਸੋਏ। ਔਰ ਤੇਜ ਪ੍ਰਤਾਪ ਵਾਲਾ ਹੋਏਗਾ ਉਹ ਮੇਰਾ ਪਤੀ ਹੋਏਗਾ। ਖੋਜਤ ਰਹੀ ਪਿਪਰ ਇਕ ਹੀਰਾ। ਖੋਜਦਿਆਂ ਇੱਕ ਪੰਡਤ ਦੇਖਿਆ ਹੈ, ਜਿਨ ਤਨ ਤਾਪਿਓ ਬਹੁਤ ਕਡੇਰਾ। ਜਿਨੇ ਬਹੁਤ ਕਠਨ ਤਪ ਕੀਤਾ ਹੈ। ਵੇਦ ਮੰਤਰ ਹਸਤਾਮਲ ਜਾਹੀ। ਵੇਦ ਮੰਤਰ ਇਸ ਤਰ੍ਹਾਂ ਜਪ ਕਰਦਾ ਜਿਵੇਂ ਹੱਥ ਤੇ ਔਲਾ ਰੱਖਿਆ ਹੋਵੇ, ਇਸ ਤਰ੍ਹਾਂ ਉਹਨੂੰ ਕੰਠ ਹਨ, ਇਸ ਤਰ੍ਹਾਂ ਵੇਦ ਮੰਤਰਾਂ ਦਾ ਜਾਪ ਕਰਦਾ ਹੈ। ਦਿੜ ਤਪ ਰਹਿ ਉਚ ਪ੍ਰਿਤ ਮਾਹੀ। ਦਿਨ ਪ੍ਰਤੀ ਦਿਨ ਜਪ ਕਰਦਾ ਹੈ ਔਰ ਜ਼ਿਆਦਾ ਕੁਝ ਖਾਂਦਾ ਨਹੀਂ ਹੈ, ਸਦਾ ਹੀ ਭਗਤੀ ਵਿੱਚ ਲੀਨ ਰਹਿੰਦਾ ਹੈ। ਰਾਹ ਕ੍ਰਿਕੀ ਵਾੜ ਲੈ ਜਾਵੇ। ਜਦੋਂ ਕਿਰਸਾਨ ਆਪਣੀ ਫਸਲ ਵੱਢ ਕੇ ਲੈ ਜਾਂਦੇ ਹਨ, ਬੀਨ ਬੀਨ ਦਾਨੇ ਤਹਿ ਲਿਆਵੇ। ਫਿਰ ਉਹ ਦਾਣੇ ਬੱਲੀਆਂ ਆਦਿ ਚੁਗ ਕੇ ਲੈ ਕੇ ਆਉਂਦਾ ਹੈ, ਉਹਦਾ ਫਿਰ ਉਹ ਆਟਾ ਪੀਸਦਾ ਹੈ। ਖਾਏ ਨਿਰਵਾਹਿਨ ਕਰਹਿ ਸਰੀਰ। ਇਸ ਤਰ੍ਹਾਂ ਉਹ ਥੋੜਾ ਬਹੁਤ ਅੰਨ ਖਾ ਕਰਕੇ ਆਪਣਾ ਗੁਜ਼ਾਰਾ ਸਰੀਰ ਵਾਸਤੇ ਇਹਨਾਂ ਕੋ ਅੰਨ ਉਹ ਖਾਂਦਾ ਹੈ। ਵੇਦ ਖੜੰਗਲ ਥਿਤ ਚਿਤ ਧੀਰ। ਔਰ ਇੰਨੀ ਕੁ ਧੀਰਜ ਹੈ ਵੇਦ ਮੰਤਰਾਂ ਦੇ ਜਪ ਦੁਆਰਾ, ਹਿਰਦੇ ਅੰਦਰ ਧੀਰਜ ਹੈ, ਅਡੋਲ ਅਵਸਥਾ ਦਾ ਮਾਲਕ ਹੈ। ਤਿਸ ਬਿਲੋਕ ਅਜਮੇਰ ਕੁਮਾਰੀ। ਇਸ ਵਿਅਕਤੀ ਨੂੰ ਜਦੋਂ ਦੇਖਿਆ ਹੈ ਅਜਮੇਰ ਸ਼ਾਹ ਦੀ ਕੰਨਿਆ ਨੇ, ਤਪ ਵਿਸਾਰ ਕੀ ਨਿਤ ਜਿਨ ਭਾਰੀ। ਐਸਾ ਜਿਹੜਾ ਵਿਸ਼ਾਲ ਤਪ ਕਰਦਾ ਹੈ, ਜਿਹਦੇ ਮਨ ਵਿੱਚ ਬੜੀ ਲਗਨ ਹੈ ਔਰ ਬੜੀ ਦ੍ਰਿੜਤਾ ਦੇ ਨਾਲ ਇਹ ਵਿਅਕਤੀ ਤਪ ਕਰਦਾ ਹੈ। ਬੁੱਧ ਬਲ ਤੇ ਕਰ ਵਿਪਦ ਉਪਾਇਆ। ਔਰ ਉਹਨੇ ਆਪਣੀ ਬੁੱਧੀ ਔਰ ਬਲ ਦੇ ਦੁਆਰਾ ਵਿਪਰ ਦੇ ਨਾਲ ਚਾਹਿਆ ਕਿ ਮੈਂ ਇਸ ਵਿਅਕਤੀ ਦੇ ਨਾਲ ਆਪਣਾ ਵਿਵਾਹ ਕਰਨਾ ਚਾਹੁੰਦੀ ਹਾਂ। ਇਸ ਵਿਪਰ ਸੋ ਵਿਆਹ ਕਰਾਇਆ। ਔਰ ਰਾਜਾ ਵੀ ਮੰਨ ਗਿਆ। ਅਜਮੇਰ ਸ਼ਾਹ ਨੇ ਆਪਣੀ ਕੰਨਿਆ ਦਾ ਵਿਵਾਹ ਇਸ ਵਿਪਰ ਪੰਡਤ ਦੇ ਨਾਲ ਕਰ ਦਿੱਤਾ ਹੈ। ਤਿਜ ਪਰ ਕੇ ਉਰ ਅਤ ਤੁਚਤਾਈ। ਹੁਣ ਜਿਹੜਾ ਇਹ ਪੰਡਤ ਹੈ ਇਹ ਦੁਚਿੱਤੀ ਵਿੱਚ ਫਸ ਗਿਆ, ਕਿਉਂਕਿ ਵਿਆਹ ਨਹੀਂ ਸੀ ਕਰਨਾ ਚਾਹੁੰਦਾ। ਇਸ ਕਰਕੇ ਜ਼ਬਰਦਸਤੀ ਹੁਣ ਰਾਜੇ ਨੂੰ ਕੌਣ ਜਵਾਬ ਦੇ ਸਕਦਾ ਹੈ। ਇਹਦਾ ਜ਼ਬਰਦਸਤੀ ਵਿਆਹ ਹੋਇਆ ਹੈ, ਹੁਣ ਇਹ ਦੁਚਿੱਤੀ ਵਿੱਚ ਫਸਿਆ ਹੋਇਆ ਹੈ। ਮੈਥੁਨ ਕਰੇ ਧਰਮ ਬਿਨ ਸਾਈ। ਕਹਿਣ ਲੱਗਿਆ ਜੇ ਮੈਂ ਗ੍ਰਹਿਸਥ ਧਰਮ ਧਾਰਨ ਕਰਾਂਗਾ ਮੇਰਾ ਤਾਂ ਧਰਮ ਭ੍ਰਿਸ਼ਟ ਹੋ ਜਾਣਾ ਹੈ। ਜਿੰਨਾ ਮੰਤਰਾਂ ਦਾ ਜਪ ਕੀਤਾ, ਜਿੰਨੀ ਤਪੱਸਿਆ ਕੀਤੀ ਹੈ, ਕਹਿੰਦਾ ਵੀ ਉਹ ਤਾਂ ਮੇਰੀ ਸਾਰੀ ਚਲੀ ਜਾਣੀ ਹੈ। ਭਾਜਿਓ ਜਾਏ ਨ ਕਿਸਹੂ ਦੇਸ਼। ਭੱਜ ਕੇ ਹੁਣ ਜਾ ਨਹੀਂ ਸਕਦਾ, ਕਿਉਂਕਿ ਰਾਜੇ ਦੇ ਮਹਿਲਾਂ ਵਿੱਚ ਹੈ। ਕਿਸੇ ਵੀ ਦੇਸ਼ ਵਿੱਚ ਭੱਜ ਕੇ ਜਾਇਆ ਨਹੀਂ ਜਾਣਾ। ਇਨਹੋ ਗਮਤਾ ਥਾਨ ਅਸ਼ੀਸ਼। ਹਰ ਇੱਕ ਥਾਂ ਤੇ ਹੁਣ ਰਾਜੇ ਦੀ ਗਮਤਾ ਹੈ, ਕਿਉਂਕਿ ਰਾਜਾ ਤਾਂ ਹਰ ਥਾਂ ਤੋਂ ਮੈਨੂੰ ਲੱਭ ਲਏਗਾ। ਕਿੱਥੇ ਜਾ ਕੇ ਲੁਕਾਂ, ਕਿੱਥੇ ਮੈਂ ਭੱਜ ਕੇ ਜਾਵਾਂ। ਰਹਿਓ ਵਿਚਾਰਤ ਬਸ ਨ ਬਸਾਇਓ। ਵਿਚਾਰ ਕਰਦਾ ਹੈ ਪਰ ਕੋਈ ਬਸ ਨਹੀਂ ਚੱਲਦਾ। ਅਕਰਮ ਲੇਛਨ ਸਦਨ ਸੁਆਇਓ। ਔਰ
ਇਹਨਾਂ ਨੇ ਫੜ ਕਰਕੇ ਸਿਪਾਹੀਆਂ ਨੇ ਇਹਨੂੰ ਅੰਦਰ ਵਾੜ ਦਿੱਤਾ ਹੈ ਆਪਣੇ ਕਮਰੇ ਦੇ ਵਿੱਚ। द्वार के वार असंजत करे, ਬਾਹਰੋਂ ਦਰਵਾਜ਼ੇ ਬੰਦ ਕਰ ਦਿੱਤੇ ਹਨ। निशा बिखै बासो कर थिरे, ਔਰ ਰਾਤ ਦੇ ਸਮੇਂ ਪਹਿਰੇਦਾਰ ਜਿਹੜੇ ਹਨ ਫਿਰਦੇ ਹਨ ਕਿਤੇ ਭੱਜ ਨਾ ਜਾਵੇ। इस बिद दिज भी बस पा जबै, ਇਸ ਤਰ੍ਹਾਂ ਇਹ ਜਿਹੜਾ ਪੰਡਤ ਹੈ ਹੁਣ ਬੇਵਸ ਹੋ ਗਿਆ। वेद मंत्र को पाठ कर तबै, ਫਿਰ ਇਹ ਮਹਿਲਾਂ ਦੇ ਵਿੱਚ ਹੀ ਵੇਦ ਮੰਤਰਾਂ ਦਾ ਜਾਪ ਕਰਦਾ ਹੈ। कोट लोह को चौदिस रचियो, ਜਦੋਂ ਵੇਦ ਮੰਤਰਾਂ ਦਾ ਜਾਪ ਕਰਦਾ ਹੈ 4 ਚੁਫੇਰੇ ਲੋਹੇ ਦਾ ਕੋਟ ਬਣ ਜਾਂਦਾ ਹੈ। ਫਿਰ ਕੋਈ ਵੀ ਇਹਦੇ ਤੇ ਕੋਈ ਸ਼ਾਸਤਰ ਨਹੀਂ ਚੱਲਦਾ, ਕੋਈ ਵਾਰ ਨਹੀਂ ਹੁੰਦਾ ਔਰ ਇਹ 4 ਚੁਫੇਰੇ ਮੰਤਰਾਂ ਦੇ ਦੁਆਰਾ ਲੋਹੇ ਦਾ ਕੋਟ ਬਣਾ ਲੈਂਦਾ ਹੈ। इस अंतर थिर होय कर बचियो, ਔਰ ਉਸ ਕੋਟ ਦੇ ਅੰਦਰ ਫਿਰ ਇਹ ਨਿਸ਼ਚਿੰਤ ਹੋ ਕਰਕੇ ਸੌਂਦਾ ਹੈ। तब अजमेर सुता अवलोका, ਜਦੋਂ ਅਜਮੇਰ ਸ਼ਾਹ ਦੀ ਕੰਨਿਆ ਨੇ ਦੇਖਿਆ ਹੈ लोह दुर्ग दे चौदिस रोका, ਲੋਹੇ ਦੇ ਦੁਰਗ ਦੁਆਰਾ ਕਿਲੇ ਦੁਆਰਾ ਕਹਿਣ ਲੱਗੇ ਨੇ ਆਪਣੇ ਆਪ ਨੂੰ ਰੋਕ ਲਿਆ ਹੈ, ਕੋਈ ਵੀ ਅੰਦਰ ਪ੍ਰਵੇਸ਼ ਨਹੀਂ ਕਰ ਸਕਦਾ। ਇਸ ਕਰਕੇ ਇਕੱਲਾ ਹੀ ਵੇਦ ਮੰਤਰਾਂ ਦਾ ਜਪ ਕਰਦਾ ਹੈ ਅੰਦਰ ਬੈਠਾ, ਬਾਹਰਲੇ ਪਾਸੇ ਕੋਟ ਬਣ ਜਾਂਦਾ ਹੈ। कुछ न जतन चलियो बित राती, ਕੋਈ ਵੀ ਯਤਨ ਨਹੀਂ ਚੱਲਿਆ ਕਿ ਕਿਵੇਂ ਇਸ ਕੋਟ ਨੂੰ ਦੂਰ ਕੀਤਾ ਜਾਏ, ਹਟਾਇਆ ਜਾਏ। खोल के वार दए बिग प्राती, ਸਵੇਰ ਵੇਲੇ ਉਸੇ ਤਰ੍ਹਾਂ ਹੀ ਦਰਵਾਜ਼ੇ ਖੋਲ ਦਿੱਤੇ ਹਨ। बहुर जामनी प्राप्त जबै, ਕਈ ਦਿਨ ਇਸੇ ਤਰ੍ਹਾਂ ਹੀ ਰਾਤ ਦੇ ਸਮੇਂ ਇਹ ਮੰਤਰਾਂ ਦਾ ਜਪ ਕਰਦਾ ਹੈ ਔਰ ਕੋਟ ਬਣ ਜਾਂਦਾ ਹੈ। ਜਦੋਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਸਿਮਰਿਆ ਜਾਂਦਾ ਹੈ, ਸਤਿਗੁਰਾਂ ਨੇ ਬਿਧ ਦੱਸੀ ਰਹਿਤ ਮਰਿਆਦਾ ਦੇ ਵਿੱਚ ਅਸੀਂ ਪੜ੍ਹਦੇ ਹਾਂ। ਸੰਧਿਆ ਦੇ ਵੇਲੇ ਸ੍ਰੀ ਰਹਿਰਾਸ ਸਾਹਿਬ ਦਾ ਪਾਠ, ਸੌਣ ਵੇਲੇ ਸੋਹਿਲਾ ਸਾਹਿਬ ਦਾ ਜਾਪ ਕਰਦੇ ਹਾਂ। ਫਿਰ ਕੋਈ ਨੇੜੇ ਭੈ ਡਰ ਵਾਲੀ ਵਸਤੂ ਜਿਹੜੀ ਉਹ ਨਹੀਂ ਆਉਂਦੀ। ਜਦੋਂ ਕੋਈ ਸੋਹਿਲਾ ਸਾਹਿਬ ਦਾ ਜਾਪ ਕਰਕੇ ਗੁਰਸਿੱਖ ਸੌਂਦਾ ਹੈ, ਤਾਤੀ ਵਾਉ ਨਾ ਲੱਗਈ ਪਾਰ ਬ੍ਰਹਮ ਸ਼ਰਨਾਈ, ਚੌਗਿਰਦ ਹਮਾਰਾ ਰਾਮ ਕਾਰ ਦੁੱਖ ਲੱਗੈ ਨਾ ਪਾਈ। ਹੁਣ ਇਸੇ ਤਰ੍ਹਾਂ ਹੀ ਜਪ ਕਰਕੇ ਨਿਸ਼ਚਿੰਤ ਹੋ ਕਰਕੇ ਸੌਂ ਜਾਂਦਾ ਹੈ। घर में रोक दयो दिज तबै, ਔਰ ਇਸ ਪੰਡਤ ਨੂੰ ਘਰ ਦੇ ਵਿੱਚ ਹੀ ਬਾਨੋ ਕੈਦ ਕਰ ਦਿੱਤਾ ਹੋਵੇ। ਹੁਣ ਇਹ ਬਾਹਰ ਜਾਣ ਦੀ ਇਹਨੂੰ ਆਗਿਆ ਨਹੀਂ ਹੈ, ਕਿਲੇ ਦੇ ਅੰਦਰ ਹੀ ਰਹਿੰਦਾ ਹੈ। थिर अंतर सुख तन के कान, ਔਰ ਇਹ ਫਿਰ ਵੇਦ ਮੰਤਰਾਂ ਦਾ ਜਪ ਕਰਕੇ ਆਪਣੇ ਆਪ ਨੂੰ ਬਚਾਉਂਦਾ ਹੈ। पढ़ै अंतर ऐ कोट विशाल, ਰਾਤ ਦੇ ਸਮੇਂ ਮੰਤਰਾਂ ਦਾ ਜਪ ਕਰਕੇ ਕੋਟ ਬਣਾ ਲੈਂਦਾ ਹੈ, ਨਿਸ਼ਚਿੰਤ ਹੋ ਕੇ ਸੌਂ ਜਾਂਦਾ ਹੈ। बिन चिंता सुख तह सुख पावै, ਬਿਨਾਂ ਚਿੰਤਾ ਸੌਂਦਾ ਹੈ, ਸੁੱਖ ਪਾਉਂਦਾ ਹੈ। भई भोर बाहर निकसावै, ਸਵੇਰ ਹੁੰਦੀ ਹੈ ਬਾਹਰ ਨਿਕਲਦਾ ਹੈ, ਬਾਹਰ ਨਿਕਲ ਕੇ ਆਪਣੀ ਮੌਜ ਅਨੁਸਾਰ ਵਿਚਰਦਾ ਹੈ, ਫਿਰ ਕੇ ਫੇਰ ਆ ਕੇ ਬਹਿ ਜਾਂਦਾ ਹੈ। केतिक बासर इस बिद कीन, ਇਸ ਤਰ੍ਹਾਂ ਕਰਦਿਆਂ ਕਈ ਦਿਨ ਬਤੀਤ ਹੋ ਗਏ ਹਨ। नर नारी सब हूँ सुन लीन, ਹੁਣ ਮਹਿਲਾਂ ਦੇ ਵਿੱਚ ਸਾਰੀ ਚਰਚਾ ਹੋ ਗਈ। ਰਾਜੇ ਦੇ ਜਿੰਨੇ ਅਹਿਲਕਾਰ ਹਨ ਸਭਨਾਂ ਨੇ ਸੁਣਿਆ ਹੈ, ਚਰਚਾ ਹੋ ਗਈ ਇਸ ਪੰਡਤ ਦੀ। ਇਹ ਮੰਤਰਾਂ ਦੇ ਜਪ ਦੁਆਰਾ ਕਿਲਾ ਬਣਾ ਲੈਂਦਾ ਹੈ। तब अजमेर शाह के पास, ਰਾਜੇ ਦੇ ਕੋਲ ਜਦੋਂ ਇਹ ਗੱਲ ਜਾ ਕਰਕੇ ਦੱਸੀ ਹੈ ਅਜਮੇਰ ਸ਼ਾਹ ਦੇ ਕੋਲ, मंत्र शब्द दिज करत प्रकाश, ਕਹਿੰਦੇ ਵੀ ਉਹ ਤਾਂ ਮੰਤਰਾਂ ਦਾ ਜਪ ਕਰਕੇ ਇੱਕ ਕਿਲਾ ਬਣਾ ਲੈਂਦਾ ਹੈ ਜਿਹਨੂੰ ਕੋਈ ਨਹੀਂ ਤੋੜ ਸਕਦਾ। कहे मलेच्छन सब समझाए, ਫਿਰ ਮਲੇਸ਼ਾ ਨੇ ਸਲਾਹ ਦਿੱਤੀ, ਜਿਹੜੇ ਨੇ ਮੰਤਰੀ ਸਨ, ਮੌਲਵੀ ਸਨ,
ਉਹਨਾਂ ਨੇ ਸਮਝਾਇਆ ਅਜਮੇਰ ਸ਼ਾਹ ਨੂੰ, ਉਹਨਾਂ ਨੇ ਚੰਗੀ ਸਲਾਹ ਦਿੱਤੀ ਹੈ। ਇਸ ਕੋ ਜਾਨੋ ਸੁਗਮ ਉਪਾਏ। ਇਹਦਾ ਜਿਹੜਾ ਉਪਾਅ ਹੈ ਕਹਿਣ ਲੱਗੇ ਬੜਾ ਸੌਖਾ ਹੈ। ਤਨਕ ਤਮਾਕੂ ਇਸੇ ਪਿਲਾਵੋ। ਕਹਿੰਦੇ ਵੀ ਇਹਨੂੰ ਥੋੜਾ ਜਿਹਾ ਤਮਾਕੂ ਜਿਹੜਾ ਹੈ ਉਹ ਪਿਲਾ ਦੇਣਾ ਕਰੋ। ਸਭ ਹਿੰਦੁਨ ਕੇ ਮੰਤਰਨ ਸਾਵੋ। ਜਿੰਨਾ ਇਹ ਮੰਤਰਾਂ ਦਾ ਜਪ ਕਰਦਾ ਹੈ, ਇਹਦੇ ਤੇ ਮੰਤਰਾਂ ਦੇ ਜਪ ਦਾ ਕੋਈ ਅਸਰ ਨਹੀਂ ਹੋਏਗਾ। ਕਿਸੂ ਮੰਤਰ ਕੀ ਸ਼ਕਤ ਨ ਰਹੈ। ਕਿਸੇ ਵੀ ਮੰਤਰ ਦੀ ਫਿਰ ਸ਼ਕਤੀ ਨਹੀਂ ਰਹੇਗੀ, ਜੇ ਜਪੇਗਾ ਵੀ ਕੋਈ ਅਸਰ ਨਹੀਂ ਹੋਏਗਾ। ਤਨਕ ਤਮਾਕੂ ਹਿੰਦੁ ਜਿਛੁ ਹੈ। ਔਰ ਜੇ ਥੋੜਾ ਜਿਹਾ ਤੰਬਾਕੂ ਵੀ ਇਹ ਛੋਹ ਲੈਂਦਾ ਹੈ, ਕਹਿੰਦੇ ਇਹਦੀ ਸਾਰੀ ਭਗਤੀ ਜਿਹੜੀ ਆ ਉਹ ਨਸ਼ਟ ਹੋ ਜਾਣੀ ਹੈ। ਅਸ ਮਸਲਤ ਕਰ ਕੈ ਸਮੁਦਾਏ। ਇਸ ਤਰ੍ਹਾਂ ਸਲਾਹ ਕੀਤੀ ਹੈ ਮੰਤਰੀਆਂ ਨੇ ਰਾਜੇ ਦੇ ਨਾਲ, ਔਰ ਸਭਨਾਂ ਨੇ ਸਲਾਹ ਕਰਕੇ ਸਭਾ ਵਿਖੇ ਨਿਜ ਲੀਨ ਬੁਲਾਏ। ਇੱਕ ਦਿਨ ਸਭਾ ਦੇ ਵਿੱਚ ਇਸ ਪੰਡਤ ਨੂੰ ਰਾਜੇ ਨੇ ਆਪਣੇ ਜਵਾਈ ਨੂੰ ਬੁਲਾਇਆ ਹੈ। ਸਭਨ ਮਲੇਛਨ ਆਦਰ ਕੀਨਾ। ਸਾਰੇ ਮਲੇਸ਼ਾਂ ਨੇ, ਮੌਲਵੀਆਂ ਨੇ ਦਾ ਬੜਾ ਆਦਰ ਕੀਤਾ ਹੈ, ਸਤਿਕਾਰ ਕੀਤਾ ਹੈ। ਨਿਕਟ ਬਿਠਾਏ ਤਪੋ ਤੇ ਤਪੋ ਨ ਧਨ ਲੀਨਾ। ਕੋਲ ਬਿਠਾ ਕਰਕੇ ਕਹਿਣ ਕਿ ਹੁੱਕਾ ਲਿਆਂਦਾ ਗਿਆ ਬੜਾ ਸੁੰਦਰ, ਔਰ ਉਹ ਹੁੱਕਾ ਜਿਹੜਾ ਹੈ ਸਾਰੇ ਜਿਹੜੇ ਮੰਤਰੀ ਵਜ਼ੀਰ ਨੇ ਉਹ ਵੀ ਪੀਂਦੇ ਹਨ। ਤਿਜ ਦਿਖਾਏ ਗੁੜ ਸੰਗ ਮਿਲਾਇਓ। ਔਰ ਇਹਨੂੰ ਦਿਖਾਇਆ ਤੰਬਾਕੂ ਜਿਹੜਾ ਸੀ ਉਹ ਗੁੜ ਦੇ ਵਿੱਚ ਮਿਲਾਇਆ ਹੋਇਆ ਹੈ। ਅਪਰ ਪਿਪਰ ਕੇ ਹਾਥ ਕਹਾਏ। ਦੂਸਰੇ ਜਿਹੜੇ ਮੌਲਵੀ ਸਨ, ਪੰਡਤ ਸਨ, ਉਹਨਾਂ ਦੇ ਹੱਥ ਵਿੱਚ ਫੜਾਇਆ ਹੈ ਹੁੱਕਾ, ਪਹਿਲਾਂ ਉਹਨਾਂ ਨੇ ਪੀਤਾ ਹੈ। ਤਿਸ ਕੇ ਆਗੇ ਧਰਿਓ ਬਣਾਏ। ਫਿਰ ਇਹਦੇ ਅੱਗੇ ਲਿਆ ਕਰਕੇ ਧਰਿਆ ਹੈ। ਰਿਖ ਬਿਖ ਕੈ ਸਭ ਸੰਗ ਉਚਾਰਾ। ਔਰ ਦੇਖ ਕਰਕੇ ਸਭਨਾਂ ਨੇ ਕਿਹਾ ਹੈ। ਮੈਂ ਨ ਕਰੋ ਇਹ ਅੰਗੀਕਾਰਾ। ਜਦੋਂ ਸਾਰੇ ਕਹਿੰਦੇ ਵੀ ਅਸੀਂ ਵੀ ਪੀ ਰਹੇ ਹਾਂ, ਤੂੰ ਵੀ ਆਹ ਹੁੱਕਾ ਪੀਣਾ ਕਰ। ਇਹ ਕਹਿਣ ਲੱਗਿਆ ਵੀ ਮੈਂ ਨਹੀਂ ਕਦੇ ਤੰਬਾਕੂ ਨੂੰ ਹੱਥ ਲਾਇਆ, ਮੈਂ ਨਹੀਂ ਇਹ ਹੁੱਕਾ ਪੀਣਾ। ਭਲੋ ਕੇ ਬੁਰੋ ਨਹੀਂ ਸੁਧ ਕੋਈ। ਮੈਨੂੰ ਨਹੀਂ ਪਤਾ ਵੀ ਇਹਦੇ ਵਿੱਚ ਕੀ ਪਾਇਆ ਹੋਇਆ, ਤੁਸੀਂ ਚੰਗਾ ਹੈ ਜਾਂ ਮਾੜਾ ਹੈ। ਹੁਣ ਉਹਨਾਂ ਨੇ ਤਾਂ ਵਿੱਚ ਤੰਬਾਕੂ ਪਾਇਆ ਹੋਇਆ। ਇਹ ਕਹਿੰਦਾ ਵੀ ਮੈਨੂੰ ਨਹੀਂ ਪਤਾ, ਮੈਂ ਨਹੀਂ ਇਹ ਪੀਣਾ। ਕੀ ਪਤਾ ਇਹ ਭਲਾ ਹੈ, ਚੰਗੀ ਚੀਜ਼ ਹੈ ਜਾਂ ਕੋਈ ਬੁਰੀ ਹੈ। ਨਹੀਂ ਸਪਰਸੋ ਦੋਸ਼ ਜੇ ਹੋਈ। ਮੈਂ ਨਹੀਂ ਸਪਰਸ਼ ਕਰਨਾ, ਜੇ ਸਪਰਸ਼ ਕਰ ਲਿਆ ਫਿਰ ਮੈਨੂੰ ਦੋਸ਼ ਲੱਗੇਗਾ। ਇਸ ਕਰਕੇ ਇਹ ਵਸਤੂ ਤੁਹਾਡਾ ਦਿੱਤਾ ਹੋਇਆ ਆਹ ਹੁੱਕਾ ਮੈਂ ਸਪਰਸ਼ ਨਹੀਂ ਕਰ ਸਕਦਾ। ਸੁਣ ਕਰ ਜੇ ਮਲੇਛ ਬੁੱਧਵੰਤੇ। ਸੁਣ ਕੇ ਜਿਹੜੇ ਬੁੱਧੀਵਾਨ ਸਨ ਵਜ਼ੀਰ ਮੰਤਰੀ ਮਲੇਸ਼, ਹਿਤ ਨਿਰਦੋਖ ਕਰਨ ਉਚਰੰਤੇ। ਉਹਨੂੰ ਕਹਿਣ ਲੱਗੇ ਵੀ ਕੋਈ ਤੈਨੂੰ ਦੋਖ ਨਹੀਂ ਲੱਗਣਾ। ਨਿਰਦੋਖ ਕਰਨ ਵਾਸਤੇ ਉਹਨੂੰ ਸਲਾਹ ਦਿੰਦੇ, ਇਹਦਾ ਕੋਈ ਦੋਖ ਨਹੀਂ ਹੈ। ਸਗਲ ਸਭਾ ਕੋ ਕਿਉ ਨ ਨਿਹਾਰੇ। ਆ ਤੁਸੀਂ ਸਾਰੀ ਜਿੰਨੀ ਸਭਾ ਹੈ ਇਹਨੂੰ ਕਿਉਂ ਨਹੀਂ ਦੇਖਦੇ? ਇਹ ਵੀ ਤਾਂ ਸਾਰੇ ਹੁੱਕਾ ਪੀ ਰਹੇ ਹਨ। ਮਿਲ ਪੀਵਤ ਹੈ ਸਵਾਦਤ ਸਾਰੇ। ਬੜੇ ਸਵਾਦ ਨਾਲ ਕਹਿੰਦੇ ਸਾਰੇ ਮਿਲ ਕੇ ਪੀ ਰਹੇ ਹਨ। ਇਸ ਮੈਂ ਦੋਸ਼ ਕਹਾਂ ਅਵਲੋਕਾ। ਦੱਸੋ ਤੁਸੀਂ ਇਹਦੇ ਵਿੱਚ ਕੀ ਦੋਸ਼ ਦੇਖਿਆ ਹੈ? ਕੰਚਨ ਪਾਵਨ ਕੋ ਬਨ ਹੋਕਾ। ਕਹਿਣ ਲੱਗੇ ਇਹ ਤਾਂ ਕੰਚਨ ਵਰਗੀ ਦੇਹੀ ਹੋ ਜਾਂਦੀ ਹੈ ਜਿਹੜਾ ਇਹ ਪੀਂਦਾ ਹੈ। ਗੁੜ ਸਨ ਮਿਲਿਓ ਵਿਪਰ ਲੈ ਆਇਓ। ਗੁੜ ਵਿੱਚ ਮਿਲਾਇਆ ਹੋਇਆ ਤੰਬਾਕੂ ਵਿਪਰ ਵਾਸਤੇ ਲੈ ਕੇ ਆਂਦਾ ਹੈ। ਇਤਿਆਦਿਕ ਕਹਿ ਕੇ ਬਿਰਮਾਇਓ। ਇਸ ਤਰ੍ਹਾਂ ਕਹਿ ਕੇ ਸਭਨਾਂ ਨੇ ਉਹਦਾ ਜਿਹੜਾ ਮਨ ਸੀ ਪਰਮਾ ਦਿੱਤਾ। ਕਹਿਣ ਲੱਗੇ ਵੀ ਕੋਈ ਦੋਖ ਨਹੀਂ ਲੱਗਦਾ, ਇੱਕ ਦੋ ਵਾਰ ਜਿਹੜਾ ਹੈ ਹੁੱਕਾ ਤੂੰ ਪੀ ਲੈਣਾ ਕਰ। ਜਿਵੇਂ ਹੀ ਇਹ ਪੰਡਤ ਹੁੱਕਾ ਪੀਂਦਾ ਹੈ ਔਰ ਇਹਦੇ ਜਿਹੜੇ ਮੰਤਰਾਂ ਦੇ ਜਪ ਦੀ ਜਿਹੜੀ ਸ਼ਕਤੀ ਹੈ ਸਾਰਾ ਕੁਝ ਹੀ ਨਸ਼ਟ ਹੋ ਜਾਂਦਾ ਹੈ। ਇਸੇ ਕਰਕੇ ਮਹਾਰਾਜ ਜੀਆਂ ਨੇ ਖਾਲਸਾ ਪੰਥ ਨੂੰ ਜਗਤ ਜੋੜ ਤੰਬਾਕੂ ਤੋਂ ਦੂਰ ਰੱਖਿਆ, ਇਹਨੂੰ ਵਜਰ ਕੁਰਹਿਤ ਕਿਹਾ ਹੈ। ਸਾਰਾ ਕੁਝ ਹੀ ਭਗਤੀ ਜਿਹੜੀ ਹੈ
ਜੀਵ ਦੀ ਨਸ਼ਟ ਹੋ ਜਾਂਦੀ ਹੈ, ਜੋ ਕਿ ਇਹਨੂੰ ਛੂਹ ਲੈਂਦਾ ਹੈ। ਇੰਨੀ ਮਾੜੀ ਚੀਜ਼ ਹੈ। ਔਰ ਦੁਨੀਆ ਜਿਹੜੀ ਆ ਕਿਵੇਂ ਖਾਂਦੀ ਹੈ, ਚਾਅ ਦੇ ਨਾਲ, ਕਹਿਣ ਲੱਗੇ ਤੰਬਾਕੂ ਨੂੰ, ਬੀੜੀਆਂ ਨੂੰ, ਸਿਗਰਟਾਂ ਨੂੰ। ਮਹਾਰਾਜ ਜੀਆਂ ਨੇ ਕਿਹਾ ਭਾਈ ਇਹ ਤਾਂ ਜਗਤ ਝੂਠ ਹੈ। ਇੱਕ ਦੂਜੇ ਦੇ ਮੂੰਹ ਨਾਲ ਕਹਿਣ ਲੱਗੇ ਪੀ ਜਾ। ਹੁੱਕਾ ਜਿਹੜਾ ਹੈ ਕਿੰਨੇ ਲੋਕ ਪੀਤੇ, ਵਿਚਾਲੇ ਰੱਖ ਲੈਂਦੇ। ਹਰਿਆਣੇ ਦੇ ਵਿੱਚ ਜਾ ਕੇ ਦੇਖੇ ਕਈ ਜਣੇ ਉਸੇ ਨੂੰ ਹੀ ਮੂੰਹ ਲਾਈ ਜਾਂਦੇ। ਇਸ ਕਰਕੇ ਮਹਾਰਾਜ ਜੀ ਕਹਿੰਦੇ ਜਗਤ ਝੂਠ ਹੈ। ਅੱਗੇ ਜਿਵੇਂ ਦਾ ਸਾਰਾ ਕੁਝ ਹੀ ਨਸ਼ਟ ਹੋ ਜਾਂਦਾ। ਕੱਲ੍ਹ ਦੇ ਪ੍ਰਕਰਣ ਵਿੱਚ ਆਪਾਂ ਸਰਵਣ ਕਰਾਂਗੇ। ਮਹਾਨ ਉੱਤਮ ਜਸ ਜੋ ਸਰਵਣ ਕੀਤਾ ਹੈ ਮਨ ਵਿੱਚ ਵਸਾਈਏ, ਹਿਰਦੇ ਅੰਦਰ ਧਾਰਨ ਕਰੀਏ। ਸਤਿਗੁਰੂ ਜੀ ਰਹਿਮਤ ਕਰਨ। ਸਭਨਾਂ ਦੇ ਲੋਕ ਸੁਖੀ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੈ ਮੇਲੇ। ਹੋਈਆਂ ਭੁੱਲਾਂ ਦੀ ਖਿਮਾ ਜੀ, ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾ ਦਿਨ ਰਾਤ, ਗੁਣ ਗਾਵਾ ਦਿਨ ਰਾਤ। ਨਾਨਕ ਚਾਹੋਏ ਹੋ, ਨਾਨਕ ਚਾਹੋਏ ਹੋ, ਨਾਨਕ ਚਾਹੋਏ ਹੋ, ਨਾਨਕ ਚਾਹੋਏ ਹੋ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। 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 ਹੇ ਅਚੁੱਤ ਹੈ ਪਾਰ ਬ੍ਰਹਮ, ਅਵਿਨਾਸੀ ਅਗਨਾਸ, ਹੇ ਪੂਰਨ ਹੈ ਸਰਬ ਮੈਂ, ਭੰਜਨ ਗੁਣ ਤਾਸ। ਹੇ ਸੰਗੀ ਹੈ ਨਿਰੰਕਾਰ, ਨਿਰਗੁਣ ਸਭ ਟੇਕ, ਹੇ ਗੋਬਿੰਦ ਹੈ ਗੁਣ ਨਿਧਾਨ, ਕੈ ਸਦਾ ਵਿਵੇਕ। ਹੇ ਅਪਰੰਪਰ ਹਰਿ ਹਰੇ, ਇਹ ਵੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ, ਆਧਾਰ। ਹੇ ਠਾਕੁਰ ਹਉ ਦਾਸਰੋ, ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀਜੈ ਨਾਮ ਦਾਨ। ਹੋਈਐ ਪਰੋਇ। ਆਏ ਪ੍ਰਭ ਸ਼ਰਨਾਗਤੀ, ਨਿਤ ਦਇਆਲ, ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਵੰਦੇ, ਪਾਰ ਉਤਾਰਨ ਹਾਰ। ਸਗਲ ਦੁਆਰ ਕਉ ਛਾੜ ਕੇ, ਤੁਹਾਰੋ ਦੁਆਰ, ਵਾਹਿ ਗਏ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ। ਸਗਲ ਦੁਆਰ ਕਉ ਛਾੜ ਕੇ, ਤੁਹਾਰੋ ਦੁਆਰ, ਵਾਹਿ ਗਏ ਕੀ ਲਾਜ ਅਸ। ਗੋਬਿੰਦ ਦਾਸ ਤੁਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।